ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਇਹਨਾਂ ਦੇ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਕੂਣੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਚਾ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ, ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਧਰਤੀ, ਉਸ ਧਰਤੀ 'ਤੇ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੋ ਸਾਲ ਬਾਅਦ ਦਿਹਾੜਾ ਆਉਂਦਾ ਹੈ। ਹੋਲੇ ਮਹੱਲੇ ਦਾ ਦਿਹਾੜਾ ਦੁਨੀਆ ਦੇ ਅੰਦਰ ਸਿੱਖ ਕੌਮ ਬੜੇ ਉਤਸ਼ਾਹ ਦੇ ਨਾਲ ਮਨਾ ਰਹੀ ਹੈ। ਸਤਿਯੁਗ ਦਾ ਤਿਉਹਾਰ ਹੈ। ਸਮੇਂ ਸਮੇਂ ਅਨੁਸਾਰ ਨਿਰੰਕਾਰ ਜੀ ਨੇ ਸ੍ਰਿਸ਼ਟੀ ਸਾਜੀ ਹੈ। ਉਹ ਸ੍ਰਿਸ਼ਟੀ ਸਾਜਣ ਦੇ ਨਾਲ ਨਾਲ ਬਹੁਤ ਪੁਰਸ਼ ਰਾਖਸ਼ ਬਿਰਤੀ ਵਾਲੇ ਪੈਦਾ ਕੀਤੇ, ਬਹੁਤ ਪੁਰਸ਼ ਧਾਰਮਿਕ ਬਿਰਤੀ ਵਾਲੇ ਪੈਦਾ ਕੀਤੇ। ਅਨੇਕਾਂ ਦੁਨੀਆ ਸੱਚ ਦੇ ਮਾਰਗ 'ਤੇ ਚੱਲਦੀ ਹੈ, ਅਨੇਕਾਂ ਦੁਨੀਆ ਝੂਠ ਦੇ ਮਾਰਗ 'ਤੇ ਚੱਲਦੀ ਹੈ। ਅਨੇਕ ਲੋਕਾਂ ਨੇ ਝੂਠ ਨੂੰ ਆਪਣਾ ਕਿੱਤਾ ਬਣਾਇਆ ਹੋਇਆ ਹੈ, ਪਰ ਜਿਹੜੇ ਧਰਮ ਨਾਲ ਜੁੜੇ ਹੋਏ ਲੋਕ ਹੁੰਦੇ ਹਨ ਉਹ ਝੂਠ ਸੱਚ ਨੂੰ ਆਪਣਾ ਕਿਰਤ ਨਹੀਂ ਮੰਨਦੇ। ਉਹ ਇੱਕ ਪ੍ਰਭੂ ਦੇ ਮਿਲਣ ਵਾਸਤੇ ਰਸਤੇ ਵਿੱਚ ਰੁਕਾਵਟ ਝੂਠ ਨੂੰ ਮੰਨਦੇ ਹਨ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਹੱਥ ਲਿਖਤ ਹੈ ਦਸਮ ਗ੍ਰੰਥ ਦੀ ਪਵਿੱਤਰ ਬਾਣੀ, ਉਸ ਬਾਣੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਜੋ ਨਿਰੰਕਾਰ ਜੀ ਨੇ ਉਪਦੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਦੇ ਕੇ ਸੰਸਾਰ ਵਿੱਚ ਧਰਮ ਚਲਾਉਣ ਵਾਸਤੇ ਭੇਜਿਆ ਸੀ। ਉਸ ਉਪਦੇਸ਼ ਦਾ ਜ਼ਿਕਰ ਬਚਿੱਤਰ ਨਾਟਕ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤਾ ਹੈ, ਜਿਹਦਾ ਜ਼ਿਕਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਰਾ ਦੱਸ ਕੇ ਬਾਅਦ ਵਿੱਚ ਇਹ ਗੱਲ ਕਹੀ ਹੈ, ਜਿਵ ਹਮ ਕਹੀ ਤੇ ਹਮ ਕਹਿਓ ਔਰ ਕਿਸੂ ਸੇ ਬੈਰ ਨਾ ਗਹਿਓ। ਜਿੱਦਾਂ ਨਿਰੰਕਾਰ ਨੇ ਮੈਨੂੰ ਸਮਝਾਈ ਸੀ, ਮੈਂ ਉਸ ਪ੍ਰਕਾਰ ਤੁਹਾਨੂੰ ਲੋਕਾਂ ਨੂੰ ਸੁਣਾ ਰਿਹਾ ਹਾਂ। ਮੈਂ ਕਿਸੇ ਵੀ ਮਨੁੱਖ ਦੇ ਨਾਲ ਬੈਰ ਭਾਵਨਾ ਕਰਕੇ ਇਹ ਬਚਨ ਨਹੀਂ ਉਚਾਰੇ ਹਨ। ਅਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਕਿਉਂਕਿ ਉਹਨਾਂ ਤੋਂ ਪਹਿਲਾਂ ਵੀ ਯੁੱਗ ਹੋਏ ਨੇ, 4 ਯੁੱਗ, ਚੌਥਾ ਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੂੰ ਵਡਿਆਈ ਮਿਲੀ ਹੈ। ਅਤੇ ਨਿਰੰਕਾਰ ਜੀ ਨੇ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਕਹੀ, ਜਬ ਹਮ ਪਹਿਲੇ ਸ੍ਰਿਸ਼ਟ ਬਣਾਈ ਦਈਏ ਦੁਸ਼ਟ ਰਚੇ ਦੁਖਦਾਈ। ਪਹਿਲਾਂ ਦੁਨੀਆ ਨੂੰ ਦੁੱਖ ਦੇਣ ਵਾਲੇ ਰਾਖਸ਼ਾਂ ਨੂੰ ਪੈਦਾ ਕੀਤਾ, ਇਹਨਾਂ ਨੇ ਦੁਨੀਆ ਨੂੰ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਅਤੇ ਵੀ ਬਲ ਭੁਜ ਬਵਰੇ ਹੋ ਗਏ, ਪੂਜਿਤ ਪਰਮੁਖ ਪੁਰਖ ਰਹਿ ਗਏ। ਆਪਣੀਆਂ ਬਾਹਾਂ ਦੇ ਜ਼ੋਰ ਦੇ ਵਿੱਚ ਲੋਕਾਂ ਨੂੰ ਦੁਖੀ ਕਰਨਾ ਸ਼ੁਰੂ ਕੀਤਾ। ਫਿਰ ਨਿਰੰਕਾਰ ਜੀ ਨੇ ਇੱਕ ਗੱਲ ਫਿਰ ਦੱਸੀ ਹੈ, ਤਬ ਹਮ ਤਮਕ ਤਨਕ ਮੁਖਾਪੇ ਤਿਨ ਕੀ ਠੌਰ ਦੇਵਤਾ ਥਾਪੇ। ਇਹ ਕਹਿੰਦੇ ਰਾਖਸ਼ਾਂ ਨੂੰ ਅਸੀਂ ਖਤਮ ਕਰਕੇ ਉਹਨਾਂ ਦੀ ਜਗ੍ਹਾ ਫਿਰ ਦੇਵਤਿਆਂ ਨੂੰ ਦਿੱਤੀ ਹੈ। ਦੇਵਤੇ ਉਹਨਾਂ ਪੁਰਖਾਂ ਨੂੰ ਕਹਿੰਦੇ ਹਨ ਜਿਹੜੇ ਸ਼ੁਭ ਕਰਮ ਕਰਦੇ ਹਨ, ਆਪਣੀ ਕਮਾਈ ਕਰਕੇ ਖਾਂਦੇ ਹਨ, ਨਿੰਦਿਆ ਚੁਗਲੀ ਤੋਂ ਬਚਦੇ ਹਨ ਅਤੇ ਆਪਣੀ ਕਿਰਤ ਕਰਕੇ ਉਸ ਦੇ ਵਿੱਚ ਆਪਣਾ ਭਲਾ ਸਮਝਦੇ ਹਨ। ਕਿਸੇ ਦੇ ਪ੍ਰਤੀ ਕੋਈ ਘਿਰਨਾ, ਈਰਖਾ, ਬਖੀਲੀ, ਨਿੰਦਿਆ ਚੁਗਲੀ, ਵੈਰ ਵਿਰੋਧ ਕੱਢ ਕੇ ਆਪਣੇ ਮਨੁੱਖ ਜਨਮ ਨੂੰ ਕੇਵਲ ਅਤੇ ਕੇਵਲ ਪ੍ਰਭੂ ਮਿਲਾਪ ਦਾ ਹੀ ਸਾਧਨ ਸਮਝਦੇ ਹਨ। ਉਹਨਾਂ ਨੂੰ ਦੇਵਤੇ ਕਿਹਾ ਜਾਂਦਾ ਹੈ। ਰਾਖਸ਼ ਉਹ ਹੁੰਦੇ ਹਨ ਜਿਹੜੇ ਲੋਕਾਂ ਨੂੰ, ਸੰਸਾਰ ਦੇ ਲੋਕਾਂ ਨੂੰ ਦੁਖੀ ਕਰਦੇ ਆ ਔਰ ਆਪਣੀ ਕਮਾਈ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ, ਲੋਕਾਂ ਦੀ ਕਮਾਈ ਖਾਣੀ। ਔਰ ਜਿੰਨੇ ਦੇਵਤਿਆਂ ਵਿੱਚ ਗੁਣ ਹੁੰਦੇ ਹਨ ਉਹਨੇ ਵਿੱਚ ਗੁਣ ਨਹੀਂ ਹੁੰਦੇ, ਔਗਣ ਹੁੰਦੇ ਹਨ। ਉਹਨਾਂ ਦੀ ਜਗ੍ਹਾ ਦੇਵਤਿਆਂ ਨੂੰ ਦਿੱਤੀ। ਦੇਵਤਿਆਂ ਰਾਖਸ਼ਾਂ ਦਾ
ਜਦ ਤੋਂ ਸ੍ਰਿਸ਼ਟੀ ਸਾਜੀ ਹੈ ਇਹ ਯੁੱਧ ਚੱਲਦਾ ਹੀ ਆਇਆ ਹੈ। ਪਹਿਲਾਂ ਤੋਂ ਹੀ ਨੇਕੀ ਬਦੀ ਦੀ ਲੜਾਈ, ਸੱਚ ਝੂਠ ਦੀ ਲੜਾਈ, ਦੇਵਤਿਆਂ ਰਾਖਸ਼ਾਂ ਦੀ ਲੜਾਈ, ਸਾਖਤ ਪੁਰਸ਼ਾਂ ਦੀ ਧਾਰਮਿਕ ਪੁਰਖਾਂ ਦੀ ਲੜਾਈ, ਕਿਉਂਕਿ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ, ਉਹਨਾਂ ਦੇ ਵਿਚਾਰ ਨਹੀਂ ਰਲਦੇ। ਵਿਚਾਰਾਂ ਦਾ ਤਕਰਾਰ ਹੋਣ ਕਾਰਨ ਇਹਨਾਂ ਪੁਰਸ਼ਾਂ ਦੀ ਆਪਸ ਵਿੱਚ ਤੈਅ ਨਹੀਂ ਬਹਿੰਦੀ। ਇੱਕ ਪਿੰਡ ਵਿੱਚ ਅੱਧੇ ਰਾਖਸ਼ ਹੋਣ ਅੱਧੇ ਦੇਵਤੇ ਹੋਣ, ਕਦੀ ਸੁਖ ਸ਼ਾਂਤੀ ਨਹੀਂ ਵਰਤ ਸਕਦੀ। ਜੇ ਸਾਰੇ ਦੇਵਤੇ ਹੋਣ ਤਾਂ ਸਤਯੁਗ ਵਰਤਦਾ ਹੈ, ਜੇ ਸਾਰੇ ਰਾਖਸ਼ ਹੋਣ ਤਾਂ ਕਲਯੁਗ ਵਰਤਦਾ ਹੈ। ਲੋਕ ਦੁਖੀ ਰਹਿੰਦੇ ਹਨ ਅਤੇ ਇਸੇ ਤਰ੍ਹਾਂ ਸ੍ਰਿਸ਼ਟੀ ਦੀ ਮਰਜ਼ਾਦਾ ਚੱਲਦੀ ਆਈ। ਪਹਿਲਾਂ ਤੋਂ ਹੀ ਬੜੀਆਂ ਬੜੀਆਂ ਪਾਵਰਾਂ ਤਪੱਸਿਆ ਕਰਕੇ, ਪਿਛਲਾ ਇਤਿਹਾਸ ਪੜ੍ਹ ਕੇ ਦੇਖੀਏ, ਹਰਨਾਕਸ਼ ਨੇ ਬੜੀ ਤਪੱਸਿਆ ਕੀਤੀ। ਤਪੱਸਿਆ ਕਰਕੇ ਉਸ ਨੂੰ ਭਗਵਾਨ ਨੂੰ ਜਾ ਕੇ ਮਾਰਨਾ ਪਿਆ। ਹਰਨਾਕਸ਼ ਦੇ ਭਰਾ ਹਿਰਣਕਸ਼ਪ ਨੇ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਫਿਰ ਤਪੱਸਿਆ ਆਰੰਭ ਕੀਤੀ ਹੈ। ਕੋਈ ਕਮਾਈ ਕਰਦਾ ਹੈ, ਮਿਹਨਤ ਕਰਦਾ ਹੈ, ਜ਼ਿਮੀਂਦਾਰ ਹੈ, ਆਪਣੀ ਫਸਲ ਬੀਜਦਾ ਹੈ, ਫਸਲ ਬੀਜ ਕੇ ਚਾਹੇ ਲੋਕਾਂ ਨੂੰ ਦੁਖੀ ਕਰਨ ਵਾਸਤੇ ਵਰਤ ਲਵੇ, ਚਾਹੇ ਦੁਨੀਆ ਦੇ ਭਲੇ ਵਾਸਤੇ ਵਰਤ ਲਵੇ। ਇੱਕ ਮਨੁੱਖ ਦੇ ਕੋਲ ਪੈਸੇ ਹਨ, ਚਾਹੇ ਉਹ ਸ਼ਰਾਬ ਪੀ ਲਵੇ, ਚਾਹੇ ਧਾਰਮਿਕ ਪੱਖ ਵਿੱਚ ਉਸ ਨੂੰ ਬੀਜ ਕੇ ਉਹਦਾ ਵਾਧਾ ਕਰ ਲਵੇ। ਇਹ ਤਾਂ ਮਨੁੱਖ ਦੀ ਆਪਣੀ ਮਰਜ਼ੀ ਹੈ। ਤਪ ਸਾਧਨਾ ਬੜੇ ਲੋਕ ਕਰਦੇ ਹਨ, ਕਿਸੇ ਦੀ ਕੋਈ ਭਾਵਨਾ ਹੈ, ਕਿਸੇ ਦੀ ਕੋਈ ਭਾਵਨਾ ਹੈ। ਆਪਣੀ ਆਪਣੀ ਭਾਵਨਾ ਲੈ ਕੇ ਸਾਰੇ ਕਮਾਈ ਕਰਦੇ ਹਨ, ਸਾਧਨਾ ਕਰਦੇ ਹਨ। ਬਹੁਤ ਸਾਰਿਆਂ ਨੇ ਲੋਕਾਂ ਨੂੰ ਦੁਖੀ ਕਰਨ ਵਾਸਤੇ ਸਾਧਨਾ ਕੀਤੀ ਆ। ਹਿਰਣਕਸ਼ਪ ਨੇ ਕੇਵਲ ਤੇ ਕੇਵਲ ਭਗਵਾਨ ਨਾਲ ਲੜਨ ਵਾਸਤੇ ਹੀ ਤਪੱਸਿਆ ਕੀਤੀ ਆ। ਰਾਣੀ ਸੁੰਦਰਾਂ ਦਾ ਜ਼ਿਕਰ ਵੀ ਸੁਣਿਆ ਹੋਣਾ, ਗੋਰਖਨਾਥ ਜੀ ਦੇ ਸਮੇਂ 'ਤੇ ਹੋਈ ਹੈ। ਉਹਦੇ ਪਿਤਾ ਨੂੰ ਸਾਧੂਆਂ ਨੇ ਸ਼ਰਾਪ ਦੇ ਕੇ ਮਾਰ ਦਿੱਤਾ ਸੀ। ਆਪਣੇ ਪਿਤਾ ਦੇ ਸ਼ਰਾਪ ਦਾ ਬਦਲਾ ਲੈਣ ਦੀ ਖਾਤਰ ਰਾਣੀ ਸੁੰਦਰਾਂ ਨੇ ਵੀ ਤਪੱਸਿਆ ਕਰਕੇ ਬ੍ਰਹਮਾ ਜੀ ਤੋਂ ਵਰ ਲਏ ਸਨ, ਮੈਨੂੰ ਕਿਸੇ ਸਾਧੂ ਦਾ ਸ਼ਰਾਪ ਨਾ ਲੱਗੇ। ਫਿਰ ਉਸਨੇ ਅਨੇਕਾਂ ਸਾਧੂਆਂ ਨੂੰ ਮਾਰਿਆ ਸੀ, ਜਿਹਦਾ ਮਗਰੋਂ ਪੂਰਨ ਦੇ ਨਾਲ ਸੰਵਾਦ ਹੋਇਆ ਔਰ ਬਾਅਦ ਵਿੱਚ ਉਸ ਦੀ ਮੌਤ ਹੋਈ ਆ। ਭਜਨ ਬੰਦਗੀ ਕਰਦੇ ਨੇ ਅਨੇਕਾਂ ਲੋਕ, ਇੱਕ ਪ੍ਰਭੂ ਦੇ ਮਿਲਣੇ ਦਾ ਮੰਜ਼ਿਲ ਤੈਅ ਕਰਦੇ ਆ, ਇੱਕ ਸੰਸਾਰ ਵਿੱਚ ਰਹਿ ਕੇ ਹੀ ਉਸ ਭਜਨ ਬੰਦਗੀ ਨੂੰ ਖਰਾਬ ਕਰ ਦਿੰਦੇ ਆ। ਮਾੜੀ ਬਿਰਤੀ ਵਾਲੇ ਲੋਕ, ਮਾੜੀ ਸੋਚ ਵਾਲੇ ਲੋਕ ਕਮਾਈ ਤਾਂ ਕਰਦੇ ਆ, ਉਹਨੂੰ ਗਲਤ ਪਾਸੇ ਲਾ ਦਿੰਦੇ ਆ। ਚੰਗੀ ਸੋਚ ਵਾਲੇ ਲੋਕ ਕਮਾਈ ਕਰਕੇ ਦੁਨੀਆ ਦਾ ਭਲਾ ਵੀ ਕਰਦੇ ਆ, ਆਪਣੇ ਵੀ ਜੀਵਨ ਵਿੱਚ ਤਰੱਕੀ ਕਰਦੇ ਆ। ਉਸ ਲਈ ਹਿਰਣਕਸ਼ਪ ਨੇ ਤਪੱਸਿਆ ਕਰਕੇ ਬ੍ਰਹਮਾ ਜੀ ਤੋਂ ਵਰ ਲੈ ਲਏ ਸਨ, ਨਾ ਮੈਂ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ, ਨਾ ਮੈਂ 12 ਮਹੀਨੇ ਜਿਹੜੇ ਬਣਾਏ ਹਨ, ਚੇਤ ਵਿਸਾਖ ਜੇਠ ਹਾੜ, ਨਾ ਮੈਂ ਇਹਨਾਂ ਦੇ ਵਿੱਚ ਮਰਾਂ, ਨਾ ਮੈਂ ਦਿਨ ਮਰਾਂ, ਨਾ ਰਾਤ ਮਰਾਂ, ਨਾ ਮੈਂ ਕਿਸੇ ਸ਼ਾਸਤਰ ਤੋਂ ਮਰਾਂ, ਨਾ ਮੈਂ 84 ਲੱਖ ਜਿਹੜੀ ਜੂਨ ਹੈ ਇਸ ਤੋਂ ਮਰਾਂ। ਸਾਰੇ ਵਰ ਪ੍ਰਾਪਤ ਕਰਕੇ ਸਾਰੀ ਦੁਨੀਆ ਦੇ ਵਿੱਚ ਆਪਣੇ ਰਾਜ ਦੇ ਅੰਦਰ ਢੰਡੋਰਾ ਪਿੱਟ ਦਿੱਤਾ ਸੀ। ਮੇਰੇ ਤੋਂ ਬਿਨਾਂ ਕੋਈ ਪ੍ਰਭੂ ਨਹੀਂ ਹੈ, ਮੇਰੇ ਤੋਂ ਬਿਨਾਂ ਕਿਸੇ ਨੂੰ ਯਾਦ ਨਾ ਕੀਤਾ ਜਾਵੇ। ਉਹਦੇ ਘਰ ਦੇ ਅੰਦਰ ਹੀ ਇੱਕ ਸਭ ਤੋਂ ਛੋਟਾ ਬਾਲਕ ਪੈਦਾ ਹੋਇਆ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਦੁਆਰਾ ਉਹਦਾ ਜ਼ਿਕਰ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਵੀ ਆਪਣੀ ਰਸਨਾ ਦੁਆਰਾ ਉਹਦਾ ਜ਼ਿਕਰ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਲਿਖਦੇ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਹਰਨਾਕਸ਼ ਨੂੰ ਮਾਰ ਕੇ ਪ੍ਰਹਲਾਦ ਦੀ ਰੱਖਿਆ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਵੀ ਜ਼ਿਕਰ ਕੀਤਾ ਹੈ ਉਸ ਪ੍ਰਹਲਾਦ ਦਾ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ।
प्रहलाद जन तुद राख लै हर जियो, हरनाक्ष मार पचाया। उस प्रहलाद का जिक्र गुरु ग्रंथ साहिब में बहुत जगह पर आया है। भगतां ने भी अपनी बाणी में लिखिया, नाम जपो जी ऐसे ऐसे, ध्रुव प्रहलाद जपियो हर जैसे। दोए बच्चे 5-5 सालों के होए आ। ध्रुव 5 साल का घर छड्ड के चले गया, प्रहलाद भी 5 साल का सी, डरिया नहीं किसी तो। भावें उहदा पिता अज भी राजनीतिक लोग ने सज़ा दिंदे ने, लोगों नूं मना लेंदे ने। 5 साल का बच्चा कई सज़ा दित्तियां नहीं मन्निया, उहदे अंदर एक गल बैठ गई भी प्रभु होर है। संसार के लोग किड्डी भी तपस्या करके किड्डे भी बड़े हो जाण, प्रभु का रूप हो जाना वक्री गल है। परमेश्वर निरंकार होना वक्री गल है, जो सर्व व्यापक है। कोई धरती की ऐसी जगह नहीं, कोई ब्रह्मंड ऐसा नहीं जिथे प्रभु व्यापक नहीं है। मनुख नहीं सारी जगह पर व्यापक हो सकता। एक अफसर है सारे हिंदुस्तान ते काबज नहीं हो सकता। इस तरह एक प्रधानमंत्री है सारे मुल्कों ते काबज नहीं हो सकता। सारे जिहड़ा सारी सृष्टि ते काबज है, सारी सृष्टि ते जिहदा कब्जा है, सारी सृष्टि ते जिथे कोई मनुख भी नहीं रह सकता, जीव जंतु नहीं रह सकते, प्रभु व्यापक है। उस प्रभु की एक 5 साल के बच्चे के अंदर गल बैठ जानी। प्रहलाद छोटा जिहा 5 साल का बच्चा, 5 साल की उम्र तुहाडे भी बच्चे इत्थे होणगे छोटे छोटे, जिन्होंने बहुता कोई अपने कपड़ियां दा जां खाण पीण दी बहुती सोझी नहीं हुंदी, पर जिन्हां ते निरंकार किरपा करदा है वो भावें बच्चा भी होवे। गुरु हरकृष्ण साहब महाराज पौने 6 साल के गद्दी ते बैठे आ, प्रहलाद 5 साल का सी। पौने 6 साल के इदां गल्लां करदे सी जिद्दां बहुत सियाणा पुरख बचन करदा हुंदा। ते प्रहलाद भी 5 साल का बच्चा है। प्रहलाद नूं की पता सी उहदे पिता ने ढंडोरा पिट दिता। धार्मिक लोग दुखी हो गए, नाम जपण वाले दुखी हो गए, जिहड़े प्रभु दे प्यारे सी दुखी हो गए। भगतां नूं दुख देना फिर परमेश्वर इस गल नूं चलदा नहीं है। किसी दे पुੱਤ नूं मारो उहदी माँ खुशी नहीं हुंदी, किसी दे पुੱਤ नूं दुखी करो। गां आ, गां दे बच्चे नूं तुसीं मारो, गां तां अपनी तंगी मनदी है। पशु पंछी भी इदां तंगी मनदे आ। प्रभु अपने प्यारिਆਂ नूं जदों कोई दुखी करे तो भी तंगी मनदा है। उस वेले प्रहलाद छोटा जिहा बच्चा खेलदा खेलदा गली दे विच दी लंघिया जांदा। एक घर विचों रोण दी आवाज़ आई है। वो बच्चे ने देखिया कोई रोंदा है, उन्हें गल दरवाज़ा खड़काया, अंदरों दरवाज़ा खोलिया। सारा परिवार रो रो के बुरा हाल होया। उन्हें पूछया तुसीं क्यों रो रहे हैं? वो कहंदे जी असी कुम्हार जाति नाल संबंधित हैं। असी भांडे बना के कच्चे आवे विच अग दे दित्ती। सानू नहीं सी पता एक भांडे विच बिल्ली 7 जगह ते अपने बच्चियां नूं लैके जांदी है, एक जगह तो दूजी जगह तीजी जगह। कहंदे असी भांडियां विच देखिया नहीं, बिल्ली ने किते लिया के बच्चे रखे हुए सी। ते जदों असी भांडे चिणन लगे सानू पता नहीं लग्या, थोड़ा नेरा सी, वो बच्चे विचे चिणे गए। वो बिल्ली घुमदी आ ते रोंदी आ। असी हुण अग दे बैठे हैं। असी तां उदण दी रोटी नहीं खाधी, परसों दा असी अग दित्ती हुई आ। असी तां उस प्रभु नूं राम नूं बेनती करदे हां, राम नूं, हे राम ये बच्चियां नूं बचा लई, साडी गलती तां बहुत वड्डी है पर सानू अनजाण पुणे विच हो गई आ। प्रहलाद पुछण लग्या राम कौन है? वो कहंदे जिहड़ा सर्व व्यापक है। वो कहंदा मेरा पिता भी आ, कहंदा मैं ही परमेश्वर हाँ, मेरे तो बिना कोई दूजा नहीं, जले हरनाक्ष थले हरनाक्ष। वो चुप कर गए, कहण लगे नहीं असीं तां उस प्रभु अगे बेनती करदे, उही बचा सकदा, इहनूं कोई होर बंदा नहीं बचा सकदा। परसों नूं असीं आवा खोलना, जे प्रभु ने साडी बेनती सुन लई तां फिर बच्चे बच जाणगे। अग दित्ती हुई है, भांडे लाल हो जांदे, तुहानूं पता मिट्टी दे भांडे। प्रहलाद कहंदा तुसीं खोलना कदों आ? कहंदे परसों नूं खोलना असीं। कहंदा मैनूं सੱਦ लिओ खोलण वेले।
ਰਾਜੇ ਦਾ ਮੁੰਡਾ ਸੀ। ਉਹਨਾਂ ਨੇ ਆਵਾ ਖੋਲ੍ਹਣ ਵੇਲੇ ਪ੍ਰਹਲਾਦ ਨੂੰ ਵੀ ਸੱਦ ਲਿਆ, ਕੋਲ ਖੜਾ ਕਰ ਲਿਆ। ਭਾਂਡੇ ਲਾਲ ਹੋਏ ਸੁਰਖ ਨਿਕਲਦੇ ਆ। ਹੌਲੀ ਹੌਲੀ ਭਾਂਡਿਆਂ ਦਾ ਇੱਕ ਪਾਸਾ ਕੱਚਾ ਨਿਕਲਣਾ ਸ਼ੁਰੂ ਹੋ ਗਿਆ। ਜਿੱਥੇ ਬਿੱਲੀ ਦੇ ਬੱਚੇ ਸੀ ਉਹ ਭਾਂਡੇ ਸਾਰੇ ਆਲੇ ਦੁਆਲੇ ਕੱਚੇ ਰਹਿ ਗਏ। ਉਹ ਬਿੱਲੀ ਦੇ ਬੱਚੇ ਵੀ ਜਿਉਂਦੇ ਦੇਖੇ ਪ੍ਰਹਲਾਦ ਨੇ, ਉਹਦੀ ਹੈਰਾਨੀ ਦੀ ਹੱਦ ਨਾ ਰਹੀ। ਕਹਿਣ ਲੱਗਿਆ, ਮੇਰੇ ਬਾਪ ਨੂੰ ਤਾਂ ਇਹਨਾਂ ਬੱਚਿਆਂ ਦਾ ਪਤਾ ਵੀ ਨਹੀਂ ਆ। ਉਹ ਕਹਿੰਦਾ, ਮੈਂ ਹੀ ਪ੍ਰਭੂ ਹਾਂ, ਉਹਨਾਂ ਤਾਂ ਇਹਦੇ ਬਾਰੇ ਗਿਆਨ ਹੀ ਕੋਈ ਨਹੀਂ ਹੈ, ਕਿੱਥੇ ਹੈ ਬੱਚੇ ਰੱਖੇ ਹੋਏ। ਪ੍ਰਭੂ ਸ਼ਕਤੀ ਹੋਰ ਹੈ, ਰਾਮ ਸ਼ਕਤੀ ਹੋਰ ਹੈ, ਰਾਮ ਮੇਰਾ ਪਿਤਾ ਨਹੀਂ ਹੈ। ਉਹਨੇ ਫਿਰ ਰਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ। ਉਹਦੇ ਬਾਪ ਨੇ ਬੜੇ ਤਸੀਹੇ ਦਿੱਤੇ, ਬਹੁਤ ਤਸੀਹੇ, ਉਹਨੂੰ ਕੁੱਟਿਆ ਮਾਰਿਆ ਵੀ, ਪਰ ਜਦ ਨਾ ਮੰਨਿਆ। ਉਹਦੀ ਭੈਣ ਸੀ ਜਿਹਦਾ ਨਾਮ ਸੀ ਹੋਲਕਾ। ਉਹਨੂੰ ਬ੍ਰਹਮਾ ਜੀ ਵੱਲੋਂ ਇੱਕ ਚਾਦਰ ਮਿਲੀ ਹੋਈ ਸੀ। ਜੇ ਚਾਦਰ ਉੱਤੇ ਲੈ ਕੇ ਬਹਿ ਜਾਂਦੀ ਸੀ ਤੇ ਫਿਰ ਸੇਕ, ਅੱਗ ਨਹੀਂ ਸੀ ਸਾੜਦੀ ਉਹਨੂੰ। ਉਹਨੇ ਆਪਣੇ ਭਰਾ ਨੂੰ ਕਿਹਾ, ਇਹਨੂੰ ਨਾ ਇੰਨਾ ਮਾਰ ਕੁੱਟ, ਲੱਕੜਾਂ ਦਾ ਢੇਰ ਬਣਾ ਕੇ ਸਾਰ ਮੈਂ ਵਿੱਚ ਬਹਿ ਜਾਂਦੀ ਹਾਂ। ਚਾਦਰ ਮੈਂ ਆਪਣੇ ਉੱਤੇ ਲੈ ਲੈਣੀ, ਇਹਨੂੰ ਮੈਂ ਬਾਹਰ ਰੱਖ ਲੈਣਾ, ਜਦੋਂ ਅੱਗ ਦੇ ਲਟਾ ਲਟ ਬਲ ਜੂਗੀ ਆਪੇ ਸੜ ਜੂਗਾ। ਇਹ ਲੱਕੜਾਂ ਦਾ ਢੇਰ ਵੱਡਾ ਸਾਰਾ ਬਣਾ ਕੇ ਹਿਰਣਕਸ਼ਪ ਦੀ ਭੈਣ ਨੇ ਪ੍ਰਹਲਾਦ ਨੂੰ ਪੱਟਾਂ ਵਿੱਚ 5 ਸਾਲ ਦਾ ਬੱਚਾ ਪਾ ਕੇ ਅੱਗ ਲਾਤੀ। ਐਸੀ ਪ੍ਰਭੂ ਨੇ ਨੇਤ ਕੀਤੀ, ਹਵਾ ਦਾ ਬੁੱਲਾ ਆਇਆ, ਜਿਹੜੀ ਚਾਦਰ ਸੀ ਉਹਦੇ ਉੱਤੋਂ ਲੈ ਕੇ ਬੱਚੇ ਦੇ ਪ੍ਰਹਲਾਦ ਦੇ ਉੱਪਰ ਡਿੱਪੀ। ਉਹ ਜਲ ਕੇ ਰਾਖ ਹੋ ਗਈ, ਪ੍ਰਹਲਾਦ ਬਚ ਗਿਆ। ਦੇਵਤਿਆਂ ਨੇ ਜੈ ਜੈਕਾਰ ਕੀਤੀ, ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ। ਜਿਹੜੇ ਹਿਰਣਕਸ਼ਪ ਦੇ ਹਮੈਤੀ ਸਨ, ਉਹਨਾਂ ਨੇ ਇੱਕ ਦੂਜੇ 'ਤੇ ਗੰਦ ਸਿੱਟਿਆ, ਇੱਕ ਦੂਜੇ 'ਤੇ ਮਿੱਟੀ ਸਿੱਟੀ ਹੈ, ਗੋਹਾ ਸਿੱਟਿਆ। ਬਹੁਤ ਦੁੱਖ ਮਨਾਇਆ। ਜਦੋਂ ਕੋਈ ਦੁਖੀ ਹੋ ਜਾਵੇ ਬੰਦਾ ਆਪਣੇ ਵਾਲ ਪੱਟਦਾ, ਜਦੋਂ ਦੁਖੀ ਹੋ ਜਾਵੇ ਮਿੱਟੀ ਪਾਉਂਦਾ ਆਪਣੇ ਸਿਰ 'ਚ। ਉਹ ਜਿਹੜੇ ਪ੍ਰਹਲਾਦ ਦੇ ਪੱਖੀ ਸਨ, ਉਹਨਾਂ ਨੇ ਰੰਗ ਸਿੱਟਿਆ, ਗੁਲਾਲ ਸਿੱਟਿਆ, ਫੁੱਲ ਸਿੱਟੇ, ਬੜੀ ਵਰਖਾ ਕੀਤੀ। ਦੇਵਤਿਆਂ ਦੀ ਜੈ ਜੈਕਾਰ ਹੋਈ। ਨਰਸਿੰਘ ਅਵਤਾਰ, ਜਿਸ ਥੰਮ ਨੂੰ ਜੱਫੀ ਪਾਉਣ ਵਾਸਤੇ ਕਿਹਾ ਸੀ, ਅੱਗ ਵਿੱਚੋਂ ਬਚ ਗਿਆ। ਕਿ ਥੰਮ ਨੂੰ ਲਾਲ ਕਰਕੇ ਕਿਹਾ ਵੀ ਥੰਮ ਨੂੰ ਜੱਫੀ ਪਾ। ਉਹ ਥੰਮ ਹਾਲੇ ਵੀ ਮਲਤਾਨ ਦੇ ਵਿੱਚ ਪਿਆ ਹੈ, ਮਲਤਾਨ ਦੀ ਧਰਤੀ 'ਤੇ। ਇਹ ਨਹੀਂ ਪਤਾ ਕਿਹੜੀ ਧਾਤ ਦਾ ਹੈ। ਉਸ ਥੰਮ ਨੂੰ ਪਾੜ ਕੇ ਵਿੱਚੋਂ ਇੱਕ ਐਸਾ ਸਰੀਰ ਨਿਕਲਿਆ ਜਿਹੜਾ 84 ਲੱਖ ਜੂਨ ਤੋਂ 12 ਸਰੀਰ ਧਾਰਨ ਕੀਤਾ। ਸਰੀਰ ਮਨੁੱਖ ਦਾ ਹੈ, ਮੂੰਹ ਸ਼ੇਰ ਦਾ ਹੈ, ਪੰਜੇ ਸ਼ੇਰ ਦੇ ਹਨ, ਲੱਤਾਂ ਬੰਦੇ ਦੀਆਂ ਹਨ, ਅਤੇ ਸਾਰਾ ਕਹਿੰਦੇ ਇੱਕ ਵੱਖਰੀ ਜੂਨ ਧਾਰਨ ਕੀਤੀ ਹੈ, ਜਿਹਨੂੰ ਨਰਸਿੰਘ ਅਵਤਾਰ ਕਹਿੰਦੇ ਆ। ਕੇਵਲ ਇੱਕੋ ਹੀ ਕੰਮ ਕਰਨ ਆਏ ਸੀ ਉਹ। ਉਸ ਦਿਨ ਤੋਂ ਇਹ ਮਰਜ਼ਾਦਾ ਚੱਲੀ ਆ ਰਹੀ ਹੈ। ਬਹੁਤ ਸਾਰੇ ਰਾਮ ਜੀ ਨੂੰ ਮੰਨਣ ਵਾਲੇ, ਨਿਰੰਕਾਰ ਜੀ ਨੂੰ ਮੰਨਣ ਵਾਲੇ ਇਹ ਹੋਲੀ ਦਾ ਦਿਨ ਤਿਉਹਾਰ ਬੜੀ ਖੁਸ਼ੀ ਨਾਲ ਮਨਾਉਂਦੇ ਆ। ਸਾਰੇ ਹਿੰਦੁਸਤਾਨ ਵਿੱਚ ਇਹ ਮਨਾਇਆ ਜਾਂਦਾ। ਅਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਸੀ, ਭਾਈ ਜਿਹੜੇ ਹਿੰਦੂ ਤਿਉਹਾਰ ਮਨਾਉਂਦੇ ਆ ਤੁਸੀਂ ਵੀ ਮਨਾਇਆ ਕਰੋ। ਸਮਾਜ ਵਿੱਚ ਵੱਖਰੇ ਹੋ ਕੇ ਨਾ ਬੈਠਿਆ ਕਰੋ, ਸਮਾਜ ਦੇ ਨਾਲ ਰਹਿ ਕੇ ਚੱਲਿਆ ਕਰੋ। ਵੱਖਰਾ ਬੰਦਾ ਤਾਂ ਉੱਦਾਂ ਹੀ ਨਹੀਂ ਚੰਗਾ ਲੱਗਦਾ। ਇੱਕ ਦਿਨ ਬੰਦਾ ਖੁਸ਼ੀ ਮਨਾਉਂਦਾ, ਇੱਕ ਮੂੰਹ ਵੱਟ ਕੇ ਬੈਠਾ। ਤੁਸੀਂ ਵੀ ਨਾਲ ਰਲ ਕੇ ਸਮਾਜ ਵਿੱਚ ਉਹਨਾਂ ਵਾਲੇ ਤਿਉਹਾਰ ਮਨਾਇਆ ਕਰੋ। ਪਰ ਜਦੋਂ ਉਹਨਾਂ ਨੇ ਆਉਣ ਵਾਲੇ ਸਮੇਂ ਨੂੰ ਵਿਚਾਰਿਆ, ਜਿਹੜਾ ਹੁਣ ਸਮਾਂ ਚੱਲਦਾ ਹੈ, ਇਹ ਸਾਹਿਬਾਂ ਨੇ ਇਹਨਾਂ ਦਿਨਾਂ ਨੂੰ, ਗੁਰਸਿੱਖਾਂ ਨੂੰ ਇਹਨਾਂ ਦੇ ਨਾਲ ਜੋੜਿਆ। ਕਿਉਂਕਿ ਦੀਵਾਲੀ ਤਿਉਹਾਰ ਉਹ ਵੀ ਹਿੰਦੂਆਂ ਦਾ ਸੀ, ਰਾਮ ਜੀ ਮਹਾਰਾਜ ਦੇ ਨਾਲ ਜੁੜਿਆ ਹੋਇਆ ਸੀ। ਹੋਲੀ ਦਾ ਤਿਉਹਾਰ ਪ੍ਰਹਲਾਦ ਦੇ ਨਾਲ ਜੁੜਿਆ ਹੋਇਆ ਸੀ, ਅਤੇ ਦੁਸਹਿਰਾ ਜਿਹੜਾ ਸੀ ਰਾਮ ਜੀ ਦੇ ਨਾਲ ਜੁੜਿਆ ਹੋਇਆ ਸੀ। ਇਹ ਸਾਰੇ ਤਿਉਹਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਕਿਹਾ। ਅਨੰਦਪੁਰ ਸਾਹਿਬ ਹੋਲਾ ਮਹੱਲਾ ਸਾਹਿਬਾਂ ਨੇ ਸੱਦਿਆ ਹੈ ਸਾਰੇ ਸਿੱਖਾਂ ਨੂੰ। ਸਾਰੇ ਸਿੱਖ ਇਕੱਠੇ ਹੋਇਆ ਕਰੋ ਭਾਈ। ਵੈਸੇ ਤਾਂ ਹਿੰਦੁਸਤਾਨ ਵਿੱਚ ਵੀ ਬਹੁਤ ਤਰੀਕਿਆਂ ਨਾਲ ਮਨਾਉਂਦੇ ਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧਰਮ ਚਲਾਉਣ ਵਾਸਤੇ, ਦੁਸ਼ਟਾਂ ਨੂੰ ਮਾਰਨ ਵਾਸਤੇ ਅਵਤਾਰ ਧਾਰਿਆ ਸੀ। ਉਹਨਾਂ ਨੇ ਜਿਹੜੀ ਕਿਰਿਆ ਕਰਨੀ ਸੀ ਵੀ ਉਹ ਕਿਰਿਆ ਕਰਕੇ ਸਿੱਖਾਂ ਨੂੰ ਦੱਸੀ ਹੈ, ਕਿਰਿਆ ਕਰੋ। ਕਿਉਂਕਿ ਦੁਸ਼ਟਾਂ ਨੂੰ ਤਾਂ ਮਾਰਿਆ ਨਹੀਂ ਜਾ ਸਕਦਾ ਸ਼ਾਸਤਰ ਤੋਂ ਬਿਨਾਂ। ਉਹਨਾਂ ਨੇ ਫਿਰ 2 ਟੀਮਾਂ ਬਣਾ ਦੇਣੀਆਂ, ਇੱਕ ਉੱਧਰ ਖੜੀ ਕਰ ਦੇਣੀ, ਉੱਧਰ ਹੱਲਾ ਬੋਲਣਾ।
ਹੱਲੇ ਨੂੰ ਕਹਿੰਦੇ ਮਹੱਲਾ। ਮਹੱਲਾ ਹੋਲਾ ਅਤੇ ਮਹੱਲਾ। ਪਹਿਲੇ ਦਿਨ ਹੋਲੀ ਆਉਂਦੀ ਹੈ, ਉਹ ਤੋਂ ਬਾਅਦ ਹੋਲਾ, ਹੋਲੇ ਤੋਂ ਬਾਅਦ ਮਹੱਲਾ। ਕੱਲ੍ਹ ਨੂੰ ਮਹੱਲੇ ਦਾ ਦਿਨ ਹੈ ਅਤੇ ਗੁਰਸਿੱਖਾਂ ਨੇ ਇਕੱਠੇ ਹੋ ਕੇ ਫਿਰ ਹੋਲਾ ਮਹੱਲਾ ਚਰਨ ਗੰਗਾ ਵਿੱਚ ਜਾ ਕੇ ਮਹੱਲਾ ਕੱਲ੍ਹ ਦੇ ਦਿਨ ਨੂੰ ਜਾਣਾ। ਉੱਥੇ ਗੁਰਸਿੱਖਾਂ ਨੇ ਮਨਾਉਣਾ ਸ਼ੁਰੂ ਕੀਤਾ। ਦੁਸਹਿਰੇ ਦਾ ਦਿਨ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਸਿੱਖਾਂ ਨੂੰ ਮਨਾਉਣ ਵਾਸਤੇ ਹਦਾਇਤ ਕੀਤੀ ਸੀ। ਦਰਬਾਰ ਸਜਿਆ ਹੋਇਆ ਸੀ। ਸਜੇ ਹੋਏ ਦਰਬਾਰ ਦੇ ਅੰਦਰ ਦੋ ਸਿੱਖ ਚਿੱਠੀ ਲੈ ਕੇ ਪਹੁੰਚੇ ਆ ਅਤੇ ਉਹ ਚਿੱਠੀ ਬੰਦੇ ਬਹਾਦਰ ਦੇ ਹੱਥ ਦੀ ਲਿਖੀ ਹੋਈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥ ਫੜਾਈ ਆ। ਔਰ ਬੰਦੇ ਬਹਾਦਰ ਨੇ ਲਿਖਿਆ ਹੋਇਆ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਮੈਂ ਸਰਹੰਦ ਫਤਿਹ ਕਰ ਦਿੱਤੀ ਆ। ਸਿੱਖਾਂ ਨੇ ਬਹੁਤ ਖੁਸ਼ੀ ਮਨਾਈ। ਉਸ ਦਿਨ ਤੋਂ ਸਿੱਖ ਦੁਸਹਿਰਾ ਵੀ ਮਨਾਉਣ ਲੱਗ ਗਏ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਚਮਕੌਰ ਸਾਹਿਬ ਦੁਸਹਿਰਾ ਲਾਉਣਾ ਸ਼ੁਰੂ ਕੀਤਾ ਸੀ, ਪਹਿਲਾਂ ਲੱਗਦਾ ਨਹੀਂ ਸੀ। ਦੀਵਾਲੀ ਦਾ ਤਿਉਹਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਅੰਮ੍ਰਿਤਸਰ ਸ਼ਹਿਰ ਦੀਵਾਲੀ ਵਾਲੇ ਦਿਨ ਪਹੁੰਚੇ ਸਨ। ਗੁਰਸਿੱਖਾਂ ਨੇ ਘੇ ਦੇ ਦੀਵੇ ਬਾਲੇ ਸਨ। ਸੋ ਇਹ ਤਿਉਹਾਰ ਬੜੀ ਖੁਸ਼ੀ ਨਾਲ, ਜਿਹੜਾ ਧਾਰਮਿਕ ਪੱਖ ਦੇ ਅੰਦਰ, ਦੇਵਤਾ ਪੱਖ ਦੇ ਅੰਦਰ ਦੇਵਤਿਆਂ ਦੀ ਜਿੱਤ ਹੋਈ ਸੀ, ਉਸ ਜਿੱਤ ਕਾਰਨ ਦੇਵਤਿਆਂ ਨੇ ਖੁਸ਼ੀ ਮਨਾਈ। ਅੱਜ ਵੀ ਰੰਗ ਸਿੱਟਦੇ ਆ ਇੱਕ ਦੂਜੇ 'ਤੇ, ਖੁਸ਼ੀ ਮਨਾਉਂਦੇ ਆ। ਬਹੁਤ ਸਾਰੇ ਗੰਦ ਵੀ ਸਿੱਟਦੇ ਆ, ਇਹ ਉਹਨਾਂ ਦੇ ਪੱਖੀ ਆ। ਉਹਦੇ ਤੋਂ ਬਾਅਦ ਫਿਰ ਮਹੱਲਾ, ਜਦੋਂ ਕਿਸੇ 'ਤੇ ਵਾਧੀ ਹੁੰਦੀ ਸੀ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਕੱਲੇ ਸਿੱਖਾਂ ਦੇ ਮਦਦ ਵਾਸਤੇ ਨਹੀਂ ਆਏ। ਜਿਸ ਵੀ ਕਿਸੇ ਨਾਲ ਵਾਧੀ ਹੋਈ ਆ, ਚਾਹੇ ਹਿੰਦੂ ਸੀ, ਚਾਹੇ ਕੋਈ ਹੋਰ ਧਰਮ ਦਾ ਬੰਦਾ ਸੀ, ਉਹਨਾਂ ਦੀ ਮਦਦ ਵਾਸਤੇ ਆਏ ਆ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂਆਂ ਦਾ ਜੰਝੂ ਲੈਣ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਕਿਹਾ ਸੀ, ਜਾਓ ਭਾਈ, ਤੁਹਾਡਾ ਜੰਝੂ ਲੈਣ ਨਹੀਂ ਦਿੰਦੇ। ਉਹਨਾਂ ਨੂੰ ਇਹ ਨਹੀਂ ਕਿਹਾ ਮੇਰੇ ਸਿੱਖ ਬਣੋ, ਉਹਨਾਂ ਨੂੰ ਇਹ ਵੀ ਨਹੀਂ ਕਿਹਾ ਮੇਰੇ ਪੰਥ ਵਿੱਚ ਆਓ। ਜਾਓ, ਕਹਿੰਦੇ ਤੁਹਾਡੀ ਮਦਦ ਕਰਾਂਗੇ। ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ, ਗੁਰੂ ਤੇਗ ਬਹਾਦਰ ਸਾਡਾ ਗੁਰੂ ਹੈ, ਜੇ ਉਹ ਤੁਹਾਡਾ ਇਸਲਾਮ ਧਾਰਨ ਕਰ ਲਵੇ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਚਾਂਦਨੀ ਚੌਂਕ ਵਿੱਚ ਕੱਟਿਆ। ਅੱਜ ਬਹੁਤ ਸਾਰੇ ਹਿੰਦੂ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ। ਮੈਂ ਇੱਕ ਹਿੰਦੂ ਦਾ ਲੈਕਚਰ ਸੁਣਿਆ, ਉਹਨੇ ਇੱਕ ਗੱਲ ਕਹੀ ਆ ਆਪਣੇ ਲੈਕਚਰ ਵਿੱਚ। ਉਹਨੇ ਗੱਲ ਕਹੀ ਆ, ਹਿੰਦੂਆਂ ਦੀ ਹਿੰਦੂ ਸੀ ਉਹ, ਹਿੰਦੂਆਂ ਦੀ ਚੋਟੀ ਪਿੱਛੇ ਬੋਧੀ ਰੱਖਦੇ ਹਿੰਦੂ ਲੋਕ, ਹਿੰਦੂਆਂ ਦੀ ਰੋਟੀ ਔਰ ਹਿੰਦੂਆਂ ਦੀ ਬੇਟੀ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ 4 ਸਾਹਿਬਜ਼ਾਦੇ ਕੁਰਬਾਨ ਕੀਤੇ, ਮਾਤਾ ਕੁਰਬਾਨ ਕੀਤੀ। ਔਰ ਉਹਨੇ ਇਹ ਵੀ ਗੱਲ ਲਿਖੀ ਹੈ ਕਿ ਮੈਂ ਆਪਣੀ ਵਸੀਅਤ ਵਿੱਚ ਬੱਚਿਆਂ ਨੂੰ ਜਿਹੜੀ ਵਸੀਅਤ ਕੀਤੀ ਆ, ਉਸ ਵਸੀਅਤ ਦੇ ਵਿੱਚ ਮੈਂ ਇੱਕ ਗੱਲ ਲਿਖ ਕੇ ਚੱਲਿਆ। ਆਪਣੇ ਮੁੰਡਿਆਂ ਨੂੰ ਮੈਂ ਵਸੀਅਤ ਵਿੱਚ ਲਿਖ ਕੇ ਗੱਲ ਦਿੱਤੀ ਆ, ਤੁਹਾਡੇ ਨੇੜੇ ਦੀ ਕੋਈ ਸਿੱਖ ਗੁਜ਼ਰ ਜਾਵੇ, ਤੁਹਾਡੇ ਨੇੜੇ ਕੋਲ ਦੀ ਕੋਈ ਸਿੱਖ ਲੰਘ ਜਾਵੇ, ਉਹਦੇ ਪੈਰਾਂ ਦੀ ਮਿੱਟੀ ਮੱਥੇ ਨੂੰ ਲਾ ਲਿਓ। ਹੋ ਸਕਦਾ ਥੋੜ੍ਹਾ ਬਹੁਤਾ ਆਸਾਨ ਉਤਰ ਜਾਵੇ। ਜਿੰਨਾ ਆਸਾਨ ਸਾਡੇ 'ਤੇ ਸਿੱਖ ਕੌਮ ਨੇ ਕੀਤਾ ਹੈ, ਇਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਵੇਲੇ ਅਨੰਦਪੁਰ ਸਾਹਿਬ ਬਿਰਾਜਮਾਨ ਸਨ। ਬਹੁਤ ਸਾਰੇ ਜਿਨ੍ਹਾਂ ਦੀ ਕੋਈ ਸਰਕਾਰੀ ਦਰਬਾਰੇ ਸੁਣਵਾਈ ਨਹੀਂ ਹੁੰਦੀ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਪਹੁੰਚਦੇ ਸਨ। ਦੁਆਬੇ ਦੀ ਧਰਤੀ ਮਾਤਾ ਸੁੰਦਰੀ ਜੀ ਦਾ ਪੇਕਾ ਸਥਾਨ ਹੈ। ਹੁਸ਼ਿਆਰਪੁਰ ਦੇ ਨਾਲ ਬਜਵਾੜਾ ਪਿੰਡ ਹੈ। ਉੱਥੇ ਦਾ ਕੰਢੀ ਦੇ ਇਲਾਕੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਇੱਕ ਸ਼ਹਿਰ ਸੀ। ਬੜਾ ਪਹਿਲਾਂ ਦਾ ਸ਼ਹਿਰ ਬਹੁਤ ਉਹ ਰਮਣੀਕ ਸੀ, ਬਹੁਤ ਵੱਡਾ ਸ਼ਹਿਰ ਸੀ, ਔਰ ਜਿਹਦਾ ਨਾਮ ਜੇਜੋਂ ਹੈ। ਉੱਥੇ ਦਾ ਇੱਕ ਦੇਵੀ ਚੰਦ ਬ੍ਰਾਹਮਣ ਬਜਵਾੜੇ ਤੋਂ ਲੜਕੀ ਵਿਆਹ ਕੇ ਲੈ ਕੇ ਚੱਲਿਆ ਸੀ। ਔਰ ਮੁਸਲਮਾਨ ਲੋਕ ਉਸ ਵੇਲੇ ਬਹੁਤ ਹਿੰਦੂ ਲੋਕਾਂ ਨੂੰ ਤੰਗ ਕਰਦੇ ਸਨ। ਜਿਹੜਾ ਕੋਈ ਹਿੰਦੂ ਡੋਲਾ ਵਿਆਹ ਕੇ ਲਿਆਉਂਦਾ ਸੀ, ਕੁੜੀ ਨੂੰ ਆਪਣੇ ਘਰ ਨੂੰ ਲੈ ਜਾਂਦੇ ਸੀ ਖੋਹ ਕੇ। ਇਹ ਡੋਲਾ ਬਜਵਾੜੇ ਤੋਂ ਨਿਕਲਦਿਆਂ ਹੀ ਦੇਵੀ ਦਾਸ ਦਾ ਡੋਲਾ ਬਸੀ ਦੇ ਜਾਬਰ ਖਾਂ ਨੇ ਖੋਹ ਲਿਆ।
ਖੋਹ ਕੇ ਆਪਣੇ ਮਹਿਲਾਂ ਵਿੱਚ ਲੈ ਗਿਆ। ਦੇਵੀਦਾਸ ਦੀ ਸੁਣਵਾਈ ਕਿਤੇ ਨਾ ਹੋਈ, ਕਿਉਂਕਿ ਜਿਹਦੀ ਸਰਕਾਰ ਹੁੰਦੀ ਆ ਸੁਣਵਾਈ ਕਿਤੇ ਨਹੀਂ ਹੁੰਦੀ। ਅੱਜ ਵੀ ਤੁਸੀਂ ਦੇਖੋ ਹਾਲ ਤਾਂ ਉਹੀ ਆ। ਉਹ ਦੇਵੀਦਾਸ ਵਿਚਾਰਾ ਹਾਰ ਕੇ ਬਹਿ ਗਿਆ। ਕਿਸੇ ਨੇ ਸਲਾਹ ਦਿੱਤੀ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋ ਅਨੰਦਪੁਰ ਸਾਹਿਬ ਚਲਿਆ ਜਾ, ਤੇਰੀ ਸੁਣਵਾਈ ਉੱਥੋਂ ਬਿਨਾਂ ਉੱਧਰ ਕਿਤੇ ਹੋਣੀ ਨਹੀਂ ਆ। ਉਹ ਦੇਵੀਦਾਸ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਿਆ, ਜਿੱਥੇ ਅੱਜ ਗੁਰੂ ਕੇ ਮਹਿਲ ਹਨ। ਉੱਥੇ ਦੇਵੀਦਾਸ ਨੇ ਜਾ ਕੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ। ਸਾਹਿਬ ਪ੍ਰਸ਼ਾਦਾ ਛਕਣ ਲੱਗੇ ਸੀ, ਬਾਬਾ ਅਜੀਤ ਸਿੰਘ ਜੀ ਆਏ, ਕਿਉਂਕਿ ਮਾਤਾ ਸੁੰਦਰੀ ਜੀ ਦੇ ਬਾਬਾ ਅਜੀਤ ਸਿੰਘ ਸਨ, ਮਾਤਾ ਜੀਤੋ ਜੀ ਦੇ ਦੂਸਰੇ ਸਨ। ਜਦੋਂ ਸਾਹਿਬਾਂ ਨੇ ਗੱਲ ਸੁਣੀ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਹੁਕਮ ਲਾਇਆ, ਜਿਹੜੀ ਕੁੜੀ ਖੋਹ ਕੇ ਲੈ ਕੇ ਗਏ ਤੇਰੇ ਮਾਮੇ ਦੀ ਕੁੜੀ ਲੱਗਦੀ ਆ। ਉਹ 200 ਸਿੰਘਾਂ ਦਾ ਜਥਾ ਦੇ ਕੇ ਹੁਸ਼ਿਆਰਪੁਰ ਦੀ ਧਰਤੀ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਥਾ ਭੇਜਿਆ, ਔਰ ਉਸ ਜਥੇ ਨੇ ਜਾ ਕੇ ਜਾਬਰ ਖਾਨ ਨੂੰ ਘੇਰਿਆ। ਬਸੀਆਂ 22 ਬਸੀਆਂ ਨੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ। ਕੋਈ ਗੁਲਾਮ ਹੁਸੈਨ ਦੀ ਬਸੀ ਹੈ, ਕੋਈ ਕਿਕਰਾਂ ਵਾਲੀ ਬਸੀ ਹੈ, ਕੋਈ ਦੌਲਤ ਖਾਨ ਦੀ ਬਸੀ ਹੈ, ਕੋਈ ਬਸੀ, ਇੱਦਾਂ 22 ਬਸੀਆਂ ਦੇ ਨਾਮ 'ਤੇ ਮੁਸਲਮਾਨਾਂ ਦੇ ਗੜ੍ਹ ਪਿੰਡ ਸਨ, ਜਿੱਥੋਂ ਮੁਸਲਮਾਨ ਉਸ ਵੇਲੇ ਸੰਨ 47 ਵੇਲੇ ਉੱਠਦੇ ਸਨ ਸੀ। ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਨੇ ਠਾਲੇ ਸਨ, ਔਰ ਮੁਸਲਮਾਨਾਂ ਦਾ ਜ਼ੋਰ ਸੀ ਉਹਨਾਂ ਇਲਾਕਿਆਂ ਵਿੱਚ। ਜਾਬਰ ਖਾਨ ਨੂੰ ਬੰਨ੍ਹ ਕੇ ਅਨੰਦਪੁਰ ਸਾਹਿਬ ਨੂੰ ਲੈ ਕੇ ਆਏ ਬਾਬਾ ਅਜੀਤ ਸਿੰਘ। ਇੱਕ ਲੜਕੀ ਨੂੰ ਬਚਾਉਣ ਵਾਸਤੇ ਪਤਾ ਨਹੀਂ ਕਿੰਨੇ ਕੁ ਸਿੰਘ ਸ਼ਹੀਦ ਹੋਏ। ਹੁਸ਼ਿਆਰਪੁਰ ਤੋਂ ਚੱਲ ਪਈਏ, ਮਾਲਪੁਰ ਸ਼ਹੀਦਾਂ ਦਾ ਸਥਾਨ ਹੈ। ਮਾਲਪੁਰ ਤੋਂ ਇੱਕ ਸਾਈਡ ਆ ਬੱਡੋਂ ਹੈ, ਬੱਡੋਂ ਉੱਥੇ ਵੀ ਅਸਥਾਨ ਹੈ ਸ਼ਹੀਦਾਂ ਦਾ। ਉਸ ਤੋਂ ਅੱਗੇ ਅਕਾਲਗੜ੍ਹ ਹੈ, ਉਸ ਤੋਂ ਅੱਗੇ ਕਰੀਮਪੁਰ ਚਾਹ ਵਾਲਾ, ਉੱਥੇ ਸ਼ਹੀਦਾਂ ਦਾ ਸਥਾਨ ਹੈ। ਉਸ ਤੋਂ ਅੱਗੇ ਦਰਿਆ ਦੇ ਕੰਢੇ 'ਤੇ ਬੇਈਹਾਰਾ ਪਿੰਡ ਹੈ ਛੋਟਾ ਜਿਹਾ, ਉਹ ਸਥਾਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਬਣਾਇਆ ਸੀ। ਉੱਥੇ ਸ਼ਹੀਦ ਬਾਬਾ ਅਜੀਤ ਸਿੰਘ ਦੇ ਨਾਲ ਸੇ ਸਿੰਘ ਸ਼ਹੀਦ ਹੋਏ ਸਨ। ਇੱਕ ਲੜਕੀ ਨੂੰ ਛਡਾਉਣ ਗਿਆ, ਪਤਾ ਨਹੀਂ ਕਿਤਨੇ ਕੁ ਸਿੰਘ ਸੂਰਮੇ ਸ਼ਹੀਦ ਹੋਏ। ਔਰ ਜਾਬਰ ਖਾਨ ਬੰਨ੍ਹ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੇਸ਼ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਨੂੰ ਅੰਦਰ ਬੰਦ ਕਰ ਦਿੱਤਾ, ਔਰ ਔਰੰਗਜ਼ੇਬ ਨੂੰ ਚਿੱਠੀ ਲਿਖੀ। ਚਿੱਠੀ ਵਿੱਚ ਲਿਖਿਆ, ਹੋਲੇ ਤੋਂ ਦੂਜੇ ਦਿਨ ਇਹ ਤੁਹਾਡਾ ਜਿਹੜਾ ਪਾਲਿਆ ਹੋਇਆ ਬਦਮਾਸ਼ ਹੈ ਜਾਂ ਗੁੰਡ ਪੁਣਾ ਜਿਹੜਾ ਕਰਦੇ ਆ, ਇਹਨੂੰ ਅਸੀਂ ਕੁੱਤਿਆਂ ਤੋਂ ਤੜਾਵਾਂਗੇ। ਕਿਸੇ ਦੀ ਹਿੰਮਤ ਹੈ ਤਾਂ ਆ ਕੇ ਛਡਾ ਲਵੇ। ਇਹ ਚਿੱਠੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਲਿਖਵਾਈ। ਔਰ ਹੋਲੇ ਤੋਂ ਦੂਜੇ ਦਿਨ, ਅੱਜ ਦਾ ਦਿਨ ਹੋਲਾ ਅਨੰਦਪੁਰ ਸਾਹਿਬ, ਅੱਜ ਬਹੁਤ ਦੁਨੀਆ ਉੱਥੇ ਇਕੱਠੀ ਹੋਈ ਹੈ। ਕੱਲ੍ਹ ਨੂੰ ਤਕਰੀਬਨ 12 ਕੁ ਵਜੇ ਇਹ ਜਿਹੜਾ ਮਰਜ਼ਾਦਾ ਹੈ, ਜਿਸ ਤਰ੍ਹਾਂ ਉਸ ਵੇਲੇ ਚੱਲਦੀ ਸੀ, ਉਹ ਮਰਜ਼ਾਦਾ ਚਲਾਈ। ਜਾਬਰ ਖਾਨ ਨੂੰ ਬੰਨ੍ਹ ਕੇ ਨਿਹੰਗ ਸਿੰਘ ਘੋੜਿਆਂ 'ਤੇ ਚੜ੍ਹ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਘੋੜਾ, ਹਰੇਕ ਜਥੇ ਨੇ, ਜਿੰਨੇ ਵੀ ਨਿਹੰਗ ਸਿੰਘਾਂ ਦੇ ਦਲ ਨੇ, ਵੱਖਰੇ ਵੱਖਰੇ ਦਲ ਨੇ, ਉਹਨਾਂ ਨੇ ਇੱਕ ਘੋੜਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਮੋਹਰੇ ਛੱਡਿਆ ਹੁੰਦਾ। ਉਹਦੇ 'ਤੇ ਖਾਲੀ ਵਿਛਾਈ ਕਰਕੇ ਘੋੜੇ ਨੂੰ ਫੜਿਆ ਹੁੰਦਾ, ਉਹਦੇ 'ਤੇ ਬੈਠਦਾ ਕੋਈ ਨਹੀਂ ਹੈ। ਉਹ ਘੋੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ। ਤਾਂ ਪਿੱਛੇ ਉਹਦੇ ਘੋੜੇ ਜਿਹੜੇ ਹੁੰਦੇ ਆ, ਉਹਨਾਂ 'ਤੇ ਉਹਨਾਂ ਦੇ ਜਥੇਦਾਰ ਬੈਠਦੇ ਆ। ਜਿਹੜੇ ਨਿਹੰਗ ਸਿੰਘਾਂ ਦੇ ਜਥੇਦਾਰ ਹੁੰਦੇ ਆ, ਉਹ ਪਿਛਲੇ ਘੋੜਿਆਂ 'ਤੇ ਸਾਹਿਬਾਂ ਵਾਲੇ ਘੋੜੇ ਤੋਂ ਪਿੱਛੇ, ਮੋਹਰੇ ਘੋੜਾ ਉਹ ਹੁੰਦਾ ਅਤੇ ਪਿੱਛੇ ਘੋੜੇ ਬਾਕੀ ਹੁੰਦੇ ਆ। ਉਹ ਜਿਹੜਾ ਜਥੇਦਾਰ ਹੁੰਦਾ ਉਹਦੇ ਆਲੇ ਦੁਆਲੇ ਸਿੰਘ ਹੁੰਦੇ ਆ। ਇਸ ਤਰ੍ਹਾਂ ਜਲੂਸ ਦੀ ਸ਼ਕਲ ਵਿੱਚ ਬੜਾ ਜਾਹੋ ਜਲਾਲ ਦੇ ਨਾਲ, ਸ਼ਾਨੋ ਸ਼ੌਕਤ ਨਾਲ ਕੇਸਗੜ੍ਹ ਸਾਹਿਬ ਤੋਂ ਇਹ ਜਥਾ ਤੁਰਦਾ ਹੈ। ਪਰ ਜਦੋਂ ਜਾਬਰ ਖਾਨ ਨੂੰ ਬੰਨ੍ਹ ਕੇ ਮੋਹਰੇ ਲਾ ਕੇ ਤੋਰਨ ਲੱਗੇ, ਸਾਹਿਬਾਂ ਦੇ ਘਰੋਂ ਸੁਨੇਹਾ ਆਇਆ, ਮਾਤਾ ਜੀ ਚੜ੍ਹਾਈ ਕਰ ਗਏ, ਮਾਤਾ ਜੀਤੋ ਜੀ ਚੜ੍ਹਾਈ ਕਰ ਗਏ। ਮਹੱਲਾ ਰੋਕ ਦਿੱਤਾ, ਮਹੱਲਾ ਰੋਕ ਦਿੱਤਾ ਅਤੇ ਸਿੰਘ ਰੁਕ ਗਏ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਮਾਤਾ ਜੀ ਦਾ ਸੰਸਕਾਰ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਇੱਕ ਰੱਥ ਦੇ ਵਿੱਚ ਮਾਤਾ ਜੀ ਦਾ ਸਰੀਰ ਪਾ ਲਓ, ਉਹਨੂੰ ਕੋਈ ਘੋੜਾ ਜਾਂ ਕੋਈ ਬਲਦ ਨਹੀਂ ਜੋੜਨਾ, ਬਿਨਾਂ
ਕਿਸੇ ਬਲਦ ਘੋੜੇ ਤੋਂ ਰੱਥ ਦੇ ਵਿੱਚ ਬਿਰਾਜਮਾਨ ਕਰ ਦਿਓ। ਰੱਥ ਆਪਣੇ ਆਪ ਤੁਰੂਗਾ, ਜਿੱਥੇ ਜਾ ਕੇ ਰੱਥ ਖੜ ਜਾਊਗਾ ਉੱਥੇ ਮਾਤਾ ਜੀ ਦਾ ਸੰਸਕਾਰ ਕਰ ਦਿਓ। ਉਹੀ ਮਰਜ਼ਾਦਾ ਬਣਾ ਕੇ ਉਹ ਸਿੰਘਾਂ ਨੇ ਜਾਬਰ ਖਾਨ ਨੂੰ ਵੀ ਫੜਿਆ। ਪਹਿਲਾਂ ਮਾਤਾ ਜੀ ਦਾ ਸੰਸਕਾਰ ਕਰਨ ਗਏ। ਅੱਜ ਵੀ ਤੁਸੀਂ ਦੇਖੋਗੇ ਜਦੋਂ ਮਹੱਲਾ ਨਿਕਲਦਾ ਪਹਿਲਾਂ ਅਗੰਮਪੁਰ ਨੂੰ ਜਾਂਦੇ ਆ। ਉੱਥੇ ਅਗੰਮਪੁਰ ਜਾ ਕੇ ਇੱਕ ਜਗ੍ਹਾ 'ਤੇ ਰੱਥ ਜਾ ਕੇ ਖੜਾ ਹੋ ਗਿਆ, ਚਰਨ ਗੰਗਾ ਦੇ ਵਿੱਚ ਦੀ ਹੋ ਕੇ ਗਿਆ। ਅਗੰਮਪੁਰ ਛੋਟਾ ਜਿਹਾ ਪਿੰਡ ਹੈ ਰੇਲਵੇ ਲਾਈਨ ਦੇ ਨਾਲ, ਉੱਥੋਂ ਅੱਗੇ ਲੰਘ ਕੇ ਖੇਤ ਵਿੱਚ ਰੱਥ ਖੜਾ ਹੋ ਗਿਆ। ਤੇ ਪੁੱਛਿਆ, ਸਾਹਿਬ ਕਹਿਣ ਲੱਗੇ ਪੁੱਛੋ ਵੀ ਜ਼ਮੀਨ ਕਿਹਦੀ ਹੈ ਇਹ? ਕਹਿਣ ਲੱਗੇ ਜੀ ਮਹਾਰਾਜ ਮੀਏ ਰਾਜਪੂਤ ਦੀ ਆ। ਕਹਿਣ ਲੱਗੇ ਪੁੱਛੋ ਮੁੱਲ, ਉਸ ਨੂੰ ਮੁੱਲ ਲੈ ਲਓ ਜ਼ਮੀਨ, ਪੈਸੇ ਦੇ ਦਿਓ। ਉਹਨੂੰ ਮੀਏ ਨੂੰ ਪੁੱਛਿਆ ਵੀ ਜ਼ਮੀਨ ਚਾਹੀਦੀ ਆ ਸਾਨੂੰ ਤੁਹਾਡੀ, ਥੋੜ੍ਹੀ ਜਿਹੀ 5-4 ਖੇਤ ਜ਼ਮੀਨ ਦੇ ਸੀ ਉਹਨਾਂ ਦੇ। ਉਹ ਕਹਿਣ ਲੱਗਿਆ ਮਹਾਰਾਜ ਮੈਂ ਇਕੱਲਾ ਹੱਕਦਾਰ ਨਹੀਂ, ਮੇਰੇ ਘਰ ਵਾਲੀ ਵੀ ਹੱਕਦਾਰ ਹੈ। ਸਾਹਿਬ ਕਹਿਣ ਲੱਗੇ ਉਹਨੂੰ ਪੁੱਛ ਲਾ। ਆਪਣੇ ਘਰ ਵਾਲੀ ਨੂੰ ਪੁੱਛਣ ਗਿਆ, ਨਾਲ ਹੀ ਘਰ ਵਾਲੀ ਵੀ ਆ ਗਈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਹਿਣ ਲੱਗੀ ਮਹਾਰਾਜ ਇਹ ਜ਼ਮੀਨ ਤੁਹਾਡੀ ਹੈ ਜੀ, ਇਹ ਜਿੰਨੀ ਚਾਹੀਦੀ ਤੁਹਾਨੂੰ ਬਗੜ ਲਓ, ਜਿੰਨੀ ਚਾਹੀਦੀ ਸਾਰੀ ਤੁਹਾਡੀ ਹੈ। ਸਾਡੇ ਕੋਲ ਸਾਂਭਣ ਵਾਲਾ ਹੀ ਹੈ ਨਹੀਂ, ਬਾਅਦ ਵਿੱਚ ਅਸੀਂ ਦੋਏ ਜਾਣੇ ਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਵੀ ਬਖਸ਼ੀ ਸਾਹਿਬਾਂ ਨੇ। ਉਹਨਾਂ ਨੂੰ ਕੁਛ ਨਿਸ਼ਾਨੀਆਂ ਵੀ ਦੇ ਕੇ ਗਏ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਜਦੋਂ ਪਾਕਿਸਤਾਨ ਨੂੰ ਉਹ ਪਰਿਵਾਰ ਉਹਨਾਂ ਦੇ ਗਾਹਾਂ ਗਏ ਆ, ਉਹ ਨਾਲ ਲੈ ਗਏ ਅਤੇ ਉੱਥੇ ਮਾਤਾ ਜੀ ਦਾ ਸੰਸਕਾਰ ਕਰਕੇ ਮੁੜ ਕੇ ਸਿੰਘ ਫਿਰ ਚਰਨ ਗੰਗਾ ਵਿੱਚ ਆਏ। ਸੰਤ ਮਹਾਰਾਜ ਜੀ ਹਰਖੋ ਵਾਲੀਏ ਆਪ ਇਸ ਮਰਜ਼ਾਦਾ ਨੂੰ ਨਿਭਾਇਆ ਕਰਦੇ ਸਨ। ਮਹੱਲੇ ਨੂੰ ਨਾਲ ਜਾਣਾ, ਚਰਨ ਗੰਗਾ ਵਿੱਚ ਇੱਕ ਪਾਸੇ ਚਾਦਰ ਵਿਛਾ ਕੇ ਬੈਠ ਜਾਣਾ, ਨਾਲ ਸੇਵਾਦਾਰਾਂ ਨੇ ਬਹਿ ਜਾਣਾ। ਫਿਰ ਉਹ ਆਪ ਮਹੱਲਾ ਦੇਖਿਆ ਕਰਦੇ ਸਨ। ਉਸ ਵੇਲੇ ਫਿਰ ਉਸ ਨੂੰ ਜਾਬਰ ਖਾਨ ਨੂੰ ਭੁੱਖਾ ਰੱਖਿਆ ਹੋਇਆ ਸੀ ਔਰ ਉਹਦੇ ਕੱਪੜੇ ਲਾਹ ਕੇ ਉਹਦੀਆਂ ਲੱਤਾਂ ਮਿੱਟੀ ਵਿੱਚ ਗੱਡ ਕੇ ਗੋਡਿਆਂ ਤੱਕ ਲੱਤਾਂ ਗੱਡ ਦਿੱਤੀਆਂ, ਬਾਹਾਂ ਪਿੱਛੇ ਨੂੰ ਬੰਨ੍ਹ ਦਿੱਤੀਆਂ, ਕੱਪੜੇ ਸਰੀਰ ਤੋਂ ਲਾਹ ਤੇ ਔਰ ਉਹਦੇ ਸਰੀਰ 'ਤੇ ਦਹੀਂ ਵਿੱਚ ਮਸਾਲੇ ਪਾ ਕੇ ਸਿੱਟੇ ਤੇ ਕੁੱਤੇ ਭੁੱਖੇ ਰੱਖੇ ਹੋਏ ਸਨ। ਕੁੱਤਿਆਂ ਨੂੰ ਛੱਡਿਆ। ਪਹਿਲਾਂ ਕੁੱਤਿਆਂ ਨੇ ਖਾਧਾ ਤੋੜ ਤੋੜ ਕੇ, ਫਿਰ ਸਿੰਘਾਂ ਨੇ ਘੋੜਿਆਂ 'ਤੇ ਚੜ੍ਹ ਕੇ। ਅੱਜ ਵੀ ਜਿਹਨੇ ਮਹੱਲਾ ਦੇਖਿਆ ਹੋਣਾ, ਉਹ ਪਿੱਛੋਂ ਸਿੰਘ ਆਉਂਦੇ ਆ, ਆਉਂਦੇ ਵਰਸ਼ਾ ਉਹਦੇ ਵਿੱਚ ਮਾਰ ਕੇ ਜਾਂਦੇ ਆ। ਉਹਨੂੰ ਬੜੀ ਬੁਰੀ ਤਰ੍ਹਾਂ ਜਾਬਰ ਦਾ ਗੁਰਸਿੱਖਾਂ ਦੀ ਅੱਜ ਵੀ ਚੱਲਦੀ ਹੈ। ਬਹੁਤਿਆਂ ਨੂੰ ਪਤਾ ਨਹੀਂ ਹੋਣਾ ਹੋਲੇ ਮਹੱਲੇ ਦਾ ਤਿਉਹਾਰ ਜਾਂ ਮਹੱਲਾ ਕਿਉਂ ਕੱਢਿਆ ਔਰ ਅਗੰਮਪੁਰ ਨੂੰ ਕਿਉਂ ਜਾਂਦੇ ਆ ਔਰ ਇਹ ਮਰਜ਼ਾਦਾ ਕਦੋਂ ਲਾਗੂ ਹੋਈ ਆ। ਇਹ ਸਾਹਿਬਾਂ ਦੇ ਸਮੇਂ 'ਤੇ ਲਾਗੂ ਹੋ ਗਈ ਸੀ। ਸੋ ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ। ਉਹਦੇ ਸੰਬੰਧ ਵਿੱਚ ਰੱਖੇ ਹੋਏ ਪਾਠ ਜੋ ਹੁਕਮਨਾਮੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ, ਥੋੜ੍ਹੇ ਸਮੇਂ ਵਾਸਤੇ ਉਹਦੀ ਵਿਚਾਰ ਜਿਤਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ, ਉਸ ਮਤ ਬੁੱਧੀ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਤਾ ਨਹੀਂ, ਜਿਨ੍ਹਾਂ ਨੇ ਬਾਣੀ ਲਿਖੀ ਹੈ ਵਿਚਾਰ ਉਹੀ ਜਾਣਦੇ ਹਨ। ਫਿਰ ਵੀ ਆਪਣੇ ਗੁਰਸਿੱਖਾਂ ਨੂੰ ਮਤ ਬੁੱਧੀ ਬਖਸ਼ੀ ਹੈ ਸਾਹਿਬਾਂ ਨੇ। ਗੁਰੂ ਨਾਨਕ ਦੇਵ ਮਹਾਰਾਜ ਨੇ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਅੱਗੇ ਤੋਂ ਅੱਗੇ ਮਹਾਂਪੁਰਸ਼ ਦਾਤਾਂ ਵੰਡਦੇ ਹੀ ਆਏ ਆ। ਸੰਸਾਰ ਦੇ ਲੋਕਾਂ ਨੂੰ ਭਲੇ ਮਾਰਗ ਲਾਉਣ ਵਾਸਤੇ, ਗੁਰਬਾਣੀ ਦੀ ਸੇਧ ਦੇਣ ਵਾਸਤੇ ਅੱਗੇ ਤੋਂ ਅੱਗੇ ਡਿਊਟੀਆਂ ਲੱਗ ਕੇ ਮਹਾਂਪੁਰਸ਼ ਦੁਨੀਆ ਵਿੱਚ ਆਉਂਦੇ ਰਹੇ। ਉਹਨਾਂ ਨੇ ਵੇਦਾਂ ਦਾ ਪਹਿਲਾਂ ਵੇਦਾਂ ਦਾ ਵਿਖਿਆਨ ਕਰਦੇ ਰਹੇ ਮਹਾਤਮਾ ਲੋਕ। ਫਿਰ ਸਮੇਂ ਅਨੁਸਾਰ ਜਿਹੜੇ ਵੀ ਗ੍ਰੰਥ ਧਰਮ ਦੇ ਆਏ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗੁਰਸਿੱਖਾਂ ਨੇ ਫਿਰ ਗੁਰਬਾਣੀ ਦੀ ਵਿਚਾਰ ਅੱਗੇ ਗੁਰਸਿੱਖਾਂ ਨੂੰ ਸੁਣਾਈ। ਇਸ ਗੁਰਬਾਣੀ ਵਿੱਚ ਕੋਈ ਕਿਸੇ ਨਾਲ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ, ਨਾ ਕਿਸੇ ਦੀ ਨਿੰਦਿਆ ਕੀਤੀ ਹੈ। ਕੇਵਲ ਅਤੇ ਕੇਵਲ ਪ੍ਰਭੂ ਪਿਆਰ ਵਿੱਚ ਹੀ ਰੰਗੇ ਹੋਏ ਭਗਤਾਂ ਦੇ ਅੰਦਰੋਂ ਨਿਕਲੇ ਹੋਏ ਬੋਲ ਹਨ, ਜੋ ਸਮੇਂ ਅਨੁਸਾਰ ਭਗਤਾਂ ਨੇ ਵਰਤਿਆ, ਉਹਨਾਂ ਨੇ ਵਿੱਚ ਗੁਰਬਾਣੀ ਦੇ ਲਿਖ ਦਿੱਤਾ। ਉਹਦੀ ਵਿਚਾਰ ਅੱਗੇ ਤੋਂ ਅੱਗੇ ਸੀਨੇ ਬਸੀਨੇ ਮਹਾਤਮਾ ਲੋਕ ਕਰਦੇ ਆਏ ਆ। ਸਾਤੋਂ ਪਹਿਲਾਂ ਵੀ ਚੱਲਦੀਆਂ ਸੀ ਗੱਲਾਂ, ਸਾਡੇ ਤੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ
ਨਿਰੰਕਾਰ ਜੀ ਵੱਲੋਂ ਡਿਊਟੀਆਂ ਲੱਗ ਕੇ ਅੱਗੇ ਤੋਂ ਅੱਗੇ ਮਹਾਤਮਾ ਲੋਕ ਆਉਂਦੇ ਰਹਿੰਦੇ ਆ। ਉਹ ਪ੍ਰਭੂ ਦੀ ਵਿਚਾਰ ਕਰਕੇ ਸੰਸਾਰ ਦੇ ਲੋਕਾਂ ਨੂੰ ਦੱਸਦੇ ਆ, ਭਾਈ ਇਹ ਕੰਮ ਕਰਨੇ ਹਨ, ਇਹ ਛੱਡਣੇ ਹਨ, ਇਹ ਕੰਮ ਸਾਡੇ ਕਰਨਯੋਗ ਹੈ, ਨਹੀਂ ਕਰਨਯੋਗ ਹੈ, ਇਹ ਵਸਤੂ ਅਸੀਂ ਖਾਣੀ ਹੈ, ਨਹੀਂ ਖਾਣੀ ਹੈ, ਕੀ ਮਨੁੱਖ ਨੇ ਕੀ ਖਾਣਾ, ਇਹਨੇ ਕੀ ਛੱਡਣਾ। ਇਹ ਨਹੀਂ ਕਿ ਮਨੁੱਖ ਨੇ ਸਾਰਾ ਕੁਛ ਹੀ ਖਾ ਲੈਣਾ, ਵਰਜਿਤ ਵੀ ਕੀਤਾ ਹੈ। ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ। ਆਪਣਾ ਆਪਣਾ ਗਿਆਨ ਲੈ ਕੇ ਦੁਨੀਆ ਫਿਰਦੀ ਆ। ਵੇਦਾਂ ਸ਼ਾਸਤਰਾਂ ਦਾ, ਗ੍ਰੰਥਾਂ ਦਾ ਗਿਆਨ ਇਹ ਸਾਂਝਾ ਹੀ ਗਿਆਨ ਹੈ। ਗੀਤਾ ਦਾ ਗਿਆਨ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਜੀ ਦਾ ਪੜ੍ਹ ਲਓ, ਰਮਾਇਣ ਦਾ ਪੜ੍ਹ ਲਓ, ਕੋਈ ਵੱਖਰਾ ਗਿਆਨ ਨਹੀਂ ਹੈ, ਗਿਆਨ ਇੱਕੋ ਹੀ ਹੈ। ਇੱਕ ਬੰਦਾ ਵੱਖਰੇ ਵੱਖਰੇ ਨਾਂ ਨੇ, ਸਿਫਤਾਂ ਤਾਂ ਉਹਦੀਆਂ ਉਹੀ ਨੇ ਜਿਹੜੀਆਂ ਉਹਦੇ ਵਿੱਚ ਹਨ। ਇੱਕ ਬਜ਼ੁਰਗ ਨੂੰ ਕੋਈ ਮਾਮਾ, ਕੋਈ ਤਾਇਆ, ਕੋਈ ਫੱਫੜ, ਕੋਈ ਭਾਈਆ, ਕੋਈ ਬਾਬਾ, ਕੋਈ ਨਾਨਾ, ਉਹਦੀਆਂ ਸਿਫਤਾਂ ਤਾਂ ਉਹਦੇ ਵਿੱਚ ਉਹੀ ਆ ਜਿਹੜੀਆਂ ਚਾਹੇ ਨਾਨਾ ਲੱਗਦਾ, ਕਿਸੇ ਦਾ ਬਾਬਾ ਲੱਗਦਾ, ਸਿਫਤਾਂ ਤਾਂ ਉਹੀ ਆ, ਉਹੀ ਸਿਫਤਾਂ ਕਰਕੇ ਦੱਸਣਗੇ ਉਹ। ਇੱਕ ਬਜ਼ੁਰਗ ਦੇ ਲੜਕੇ ਆ, ਕੋਈ ਮੋਨਾ ਹੋ ਗਿਆ, ਕੋਈ ਸਿੱਖ ਹੋ ਗਿਆ, ਗਿਆਨ ਤਾਂ ਇੱਕੋ ਹੀ ਆ, ਬਜ਼ੁਰਗ ਨੇ ਸਾਰਿਆਂ ਨੂੰ ਦੇਣਾ। ਇਸੇ ਤਰ੍ਹਾਂ ਸੀਨੇ ਬਸੀਨੇ ਪਹਿਲਾਂ ਬ੍ਰਾਹਮਣ ਲੋਕ ਕਥਾ ਵਿਖਿਆਨ ਕਰਕੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਕਰਦੇ ਸਨ। ਸਮੇਂ ਅਨੁਸਾਰ ਹੁਣ ਵੀ ਕਰਦੇ ਨੇ। ਹਿੰਦੂ ਧਰਮ ਦੇ ਅੰਦਰ ਹੁਣ ਵੀ ਕਥਾ ਵਿਖਿਆਨ ਚੱਲਦੀ ਹੈ। ਸਿੱਖ ਧਰਮ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਬਾਅਦ ਬਹੁਤ ਸਾਰੀਆਂ ਸੰਸਥਾ, ਸੰਪਰਦਾਵਾਂ, ਮਹਾਂਪੁਰਸ਼ ਟਕਸਾਲਾਂ ਚੱਲੀਆਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਚਾਰ ਸੰਸਾਰ ਦੇ ਲੋਕਾਂ ਨੂੰ ਸੁਣਾਈ ਹੈ। ਉਹ ਵਿਚਾਰ ਥੋੜ੍ਹੇ ਸਮੇਂ ਵਾਸਤੇ ਜਿੰਨੀ ਕੁ ਮਤ ਬੁੱਧੀ ਨਿਰੰਕਾਰ ਜੀ ਨੇ ਬਖਸ਼ੀ ਹੈ, ਮਹਾਂਪੁਰਸ਼ਾਂ ਨੇ ਬਖਸ਼ੀ ਹੈ, ਉਹਦੇ ਅਨੁਸਾਰ ਤੁਹਾਡੇ ਨਾਲ ਕਰਨੀ ਹੈ। ਬਹੁਤੀ ਮਤ ਬੁੱਧੀ ਤਾਂ ਨਹੀਂ, ਪਰ ਜਿੰਨੀ ਕੁ ਉਹਨਾਂ ਨੇ ਬਖਸ਼ੀ ਆ ਉਹਦੇ ਅਨੁਸਾਰ ਤੁਹਾਡੇ ਨਾਲ ਜ਼ਰੂਰ ਬਚਨ। ਠੀਕ ਹੈ, ਸੰਸਾਰ ਵਿੱਚ ਆ ਕੇ ਮਨੁੱਖ ਪੜ੍ਹਦਾ ਅਤੇ ਪੇਪਰ ਵੀ ਸੰਸਾਰ ਵਿੱਚ ਹੀ ਪੈਂਦਾ। ਪੜ੍ਹਾਈ ਵੀ ਇੱਥੇ ਕਰਨੀ ਆ ਅਤੇ ਇੱਥੇ ਪੇਪਰ ਪੈਂਦੇ ਆ। ਸੋ ਜੈਤ ਸ੍ਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਰਸਨਾ ਦੁਆਰਾ ਉਚਾਰਿਆ ਹੋਇਆ, ਬਖਸ਼ਿਸ਼ ਕੀਤਾ ਹੋਇਆ ਹੁਕਮਨਾਮਾ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਆ, ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਸੇਵਾ ਨੂੰ ਪਹੁੰਚੇ ਆ। ਉੱਥੇ ਘੁੰਗਣੀਆਂ ਵੇਚਦੇ ਸਨ। ਬੜਾ ਵੱਡਾ ਕਾਰੋਬਾਰ ਸੀ। ਕਾਰੋਬਾਰ ਫੇਲ ਹੋ ਗਿਆ, ਸ਼ਰੀਕਾਂ ਨੇ ਸਾਰਾ ਕੁਝ ਖੋਹ ਲਿਆ। ਉਹਨਾਂ ਦੀ ਨਾਨੀ ਬਾਸਰ ਕੇ ਗਿੱਲਾਂ ਤੋਂ ਇਹਨਾਂ ਦੋਹਤਿਆਂ ਨੂੰ ਲੈ ਕੇ ਆ ਗਈ, ਕਿਉਂਕਿ ਮਾਤਾ ਪਿਤਾ ਚੜ੍ਹਾਈ ਕਰ ਗਏ, ਛੋਟੇ ਛੋਟੇ ਬੱਚੇ ਸੀ ਇਹ। ਉਹਨਾਂ ਦੀ ਨਾਨੀ ਫਿਰ ਗੋਂਦਵਾਲ ਲੈ ਕੇ ਆਈ ਗੁਰੂ ਰਾਮਦਾਸ ਮਹਾਰਾਜ ਨੂੰ ਲਾਹੌਰ ਤੋਂ, ਕਿਉਂਕਿ ਬਾਸਰ ਕੇ ਗਿੱਲਾਂ ਚੂਨਾ ਮੰਡੀ ਲਾਹੌਰ ਸੀ, ਉੱਥੋਂ ਆਪਣੇ ਪਿੰਡ ਲੈ ਆਈ। ਉੱਥੋਂ ਫਿਰ ਗੁਰੂ ਗੋਂਦਵਾਲ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਲੈ ਕੇ ਆ ਗਈ। ਉਹ ਨਾਨੀ ਨੇ ਛੋਟੇ ਛੋਟੇ ਬੱਚੇ ਪਾਲੇ। ਗੁਰੂ ਰਾਮਦਾਸ ਮਹਾਰਾਜ ਨਿਆਸਰੇ ਸਨ। ਛੋਲੇ ਬਾਲ ਦੇਣੇ, ਛੋਲਿਆਂ ਨੂੰ ਲੂਣ ਲਾ ਕੇ ਇੱਕ ਟੋਕਰੀ 'ਚ ਪਾ ਕੇ ਦੇ ਦੇਣੇ ਅਤੇ ਗਲੀ ਵਿੱਚ ਬੈਠ ਕੇ ਗੁਰੂ ਰਾਮਦਾਸ ਮਹਾਰਾਜ ਨੇ ਵੇਚਣੇ। ਅਤੇ ਜਿੰਨੇ ਕੁ ਪੈਸੇ ਹੋਣੇ ਫਿਰ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਣਾ। ਗੁਰੂ ਅਮਰਦਾਸ ਮਹਾਰਾਜ ਦੀ ਬੇਟੀ ਬੀਬੀ ਭਾਨੀ ਜਦੋਂ ਵਰ ਪ੍ਰਾਪਤ ਹੋਈ, ਮਾਤਾ ਜੀ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ, ਮਹਾਰਾਜ ਲੜਕੀਆਂ ਜਵਾਨ ਹੋ ਗਈਆਂ, ਇਹਨਾਂ ਵਾਸਤੇ ਕੋਈ ਵਰ ਦੇਖਣਾ ਚਾਹੀਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਠੀਕ ਆ, ਜਿੱਦਾਂ ਪਰਮੇਸ਼ਰ ਨੂੰ ਆਉਂਦਾ ਉਸ ਤਰ੍ਹਾਂ ਹੋ ਜਾਵੇਗਾ। ਕਿੱਦਾਂ ਦਾ ਮੁੰਡਾ ਚਾਹੀਦਾ, ਕਿੱਦਾਂ ਦਾ ਮੁੰਡਾ ਲੜਕੀ ਵਾਸਤੇ ਹੋਵੇ। ਇਹ ਗੁਰੂ ਰਾਮਦਾਸ ਮਹਾਰਾਜ ਸਾਹਮਣੇ ਬੈਠੇ ਘੁੰਗਣੀਆਂ ਵੇਚਦੇ ਸਨ। ਮਾਤਾ ਜੀ ਕਹਿਣ ਲੱਗੇ ਐਦਾਂ ਦਾ ਮੁੰਡਾ ਹੋਵੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਦੇ ਵਰਗਾ ਤਾਂ ਫਿਰ ਇਹੀ ਆ, ਇਹਦੇ ਵਰਗਾ ਤਾਂ ਹੋਰ ਕੋਈ ਹੈ ਨਹੀਂ। ਉਸ ਜਿਹਦਾ ਨਾਮ ਜੇਠਾ ਸੀ ਉਹਨੂੰ ਲਿਆ ਕੇ ਗੁਰੂ ਅਮਰਦਾਸ ਮਹਾਰਾਜ ਨੇ ਬੀਬੀ ਭਾਨੀ ਦਾ ਰਿਸ਼ਤਾ ਕਰ ਦਿੱਤਾ। ਸ਼ਹਿਰ ਦੇ ਲੋਕ ਇਕੱਠੇ ਹੋਏ। ਗੁਰੂ ਅਮਰਦਾਸ ਮਹਾਰਾਜ ਦਾ ਸ਼ਰੀਕਾ ਭਾਈਚਾਰਾ ਵੀ ਇਕੱਠਾ ਹੋਇਆ। ਇਕੱਠੇ ਹੋ ਕੇ ਜਦੋਂ ਆਪਾਂ ਲੜਕੀ ਮੰਗਦੇ ਹਾਂ, ਉਹਦਾ ਘਰ ਦੇਖਦੇ ਹਾਂ,
ਉਹਦਾ ਹੋਰ ਖਾਨਦਾਨ ਦੇਖਦੇ ਹਾਂ, ਉਹਦਾ ਹੋਰ ਵੀ ਉਹਦੇ ਕੋਲ ਜਾਇਦਾਦ ਦੇਖਦੇ ਹਾਂ। ਅਤੇ ਕੁਛ ਬੰਦੇ ਇਕੱਠੇ ਹੋ ਕੇ ਗੁਰੂ ਅਮਰਦਾਸ ਮਹਾਰਾਜ ਕੋਲ ਪਹੁੰਚੇ। ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਲੜਕੀ ਮੰਗ ਦਿੱਤੀ, ਵੱਡੇ ਘਰ ਦੀ ਲੜਕੀ ਆ, ਗੁਰੂ ਘਰ ਹੈ, ਬੜੀ ਪੂਜਾ ਹੈ ਦੁਨੀਆ ਦੇ ਅੰਦਰ, ਬੜਾ ਸਤਿਕਾਰ ਹੈ ਦੁਨੀਆ ਦੇ ਅੰਦਰ, ਤੁਹਾਡੇ ਬੱਚਿਆਂ ਦੀ ਵੀ ਪੂਜਾ ਹੁੰਦੀ ਹੈ। ਮਹਾਰਾਜ ਜਿਹੜਾ ਵੀ ਬਾਲਕ ਤੁਹਾਡੇ ਘਰ 'ਚ ਪੈਦਾ ਹੁੰਦਾ ਉਹਨੂੰ ਦੁਨੀਆ ਮੱਥਾ ਟੇਕਦੀ ਹੈ ਗੁਰੂ ਕੇ ਕਹਿ ਕੇ। ਮਹਾਰਾਜ ਇਹ ਮੁੰਡੇ ਦਾ ਤਾਂ ਆਪਣਾ ਘਰ ਵੀ ਹੈ ਨਹੀਂ, ਕਿਰਾਏ 'ਤੇ ਰਹਿੰਦੇ, ਇਹਨਾਂ ਦੀ ਨਾਨੀ ਇੱਥੇ ਕਿਰਾਏ 'ਤੇ ਲੈ ਕੇ ਬੈਠੀ ਹੈ। ਰੋਟੀ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ, ਘੁੰਗਣੀਆਂ ਵੇਚ ਕੇ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰਦੇ ਆ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਉਹ ਭੋਲਿਓ, ਇਹਦੇ ਘਰ ਵਰਗਾ ਦੁਨੀਆ 'ਚ ਕਿਸੇ ਦਾ ਘਰ ਨਹੀਂ ਹੈ। ਅੱਜ ਦੁਨੀਆ ਦੇ ਵਿੱਚ ਇੱਕ ਅਜੂਬਾ ਗਿਣਿਆ ਗਿਆ, ਅੰਮ੍ਰਿਤਸਰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੁਨੀਆ ਦੇ ਖਾਸ ਅਜੂਬਿਆਂ ਵਿੱਚੋਂ ਇੱਕ ਅਜੂਬਾ ਹੈ। ਦੁਨੀਆ ਦੇ ਬੜੇ ਬੜੇ ਮੁਲਕਾਂ ਵਿੱਚੋਂ ਲੋਕ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਦਰਸ਼ਨ ਕਰਨ ਆਉਂਦੇ ਆ। ਕਹਿੰਦੇ ਇਹਦੇ ਵਰਗਾ ਘਰ ਦੁਨੀਆ ਵਿੱਚ ਕਿਸੇ ਦਾ ਘਰ ਨਹੀਂ ਹੈ। ਉਹ ਭੋਲਿਓ, ਤੁਸੀਂ ਰੋਟੀ ਦੀ ਗੱਲ ਕਰਦੇ ਆ, ਇਹਦੇ ਪਰਿਵਾਰ ਦੀ ਰੋਟੀ ਦੀ ਕੀ ਗੱਲ ਹੈ? ਇਹਦੇ ਲੰਗਰ ਵਿੱਚੋਂ ਲੱਖਾਂ ਦੁਨੀਆ ਪ੍ਰਸ਼ਾਦਾ ਛਕ ਕੇ ਜਾਇਆ ਕਰੂਗੀ, ਇਹਦੇ ਹੱਥ ਅਸੀਂ ਰਿਜ਼ਕ ਦੇ ਦਿੱਤਾ। ਅਤੇ ਇਹ ਗੱਲਾਂ ਗੁਰੂ ਅਮਰਦਾਸ ਮਹਾਰਾਜ ਨੇ ਉਸ ਵੇਲੇ ਕੀਤੀਆਂ, ਉਹ ਜੋ ਵਰਤ ਰਹੀਆਂ। ਅੱਜ ਲੱਖਾਂ ਦੁਨੀਆ ਹਰਿਮੰਦਰ ਸਾਹਿਬ ਪ੍ਰਸ਼ਾਦਾ ਛਕ ਕੇ ਜਾਂਦੀ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਫਿਰ ਉਹਨਾਂ ਦਾ ਅਹੁਦਾ ਤਾਂ ਜਵਾਈ ਦਾ ਸੀ। ਆਮ ਸਾਡੇ ਸਮਾਜ ਵਿੱਚ ਹੈ ਜਵਾਈ ਦਾ ਸਤਿਕਾਰ ਕਰਦੇ ਆ, ਲੜਕੀ ਦਿੱਤੀ ਆ ਉਹਦਾ ਸਤਿਕਾਰ ਕਰਦੇ ਆ, ਪਰ ਗੁਰੂ ਘਰ ਵਿੱਚ ਇਸ ਰਿਸ਼ਤੇ ਨਾਤੇ ਸਭ ਥੱਲੇ ਰਹਿ ਜਾਂਦੇ ਆ। ਗੁਰੂ ਘਰ ਵਿੱਚ ਜਿਹੜਾ ਸੇਵਾ ਕਰਨ ਵਾਲੇ ਨੂੰ ਮਾਣ ਪ੍ਰਾਪਤ ਹੋਇਆ, ਰਿਸ਼ਤੇ ਨਾਤੇ ਉੱਚਾ ਰਿਸ਼ਤਾ ਕਰਨ ਵਾਲੇ ਨੂੰ, ਜਾਂ ਕੋਈ ਰਿਸ਼ਤਾ ਮਹਾਂਪੁਰਸ਼ਾਂ ਦਾ ਕੋਈ ਰਿਸ਼ਤੇਦਾਰ ਹੈ, ਉਹਦਾ ਕੋਈ ਸਤਿਕਾਰ ਨਹੀਂ ਹੈ। ਗੁਰੂ ਘਰ ਵਿੱਚ ਜਿਨ੍ਹਾਂ ਨੇ ਸੇਵਾ ਕੀਤੀ ਆ ਤਨ ਮਨ ਲਾ ਕੇ, ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਆਪਣਾ ਮਨ ਲਾ ਕੇ ਸੇਵਾ ਕੀਤੀ ਆ, ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਕਰਕੇ ਮੰਨਿਆ, ਉਹਨਾਂ ਦੀ ਪੂਜਾ ਸੰਸਾਰ ਨੇ ਕੀਤੀ ਆ, ਭਾਵੇਂ ਉਹ ਗੁਰੂ ਨਾਨਕ ਦੇ ਘਰ ਦੇ ਨੇੜੇ ਤੇੜੋਂ ਵੀ ਨਹੀਂ ਸੀ, ਉਹਨਾਂ ਦੀ ਸੇਵਾ ਹੋਈ ਪ੍ਰਵਾਨ। ਅਤੇ ਗੁਰੂ ਰਾਮਦਾਸ ਮਹਾਰਾਜ ਭਾਂਡੇ ਮਾਂਜਦੇ ਆ, ਉਹਨਾਂ ਦੇ ਕੂਹਣੀਆਂ ਤੱਕ ਬਾਹਾਂ ਲਿਬੜੀਆਂ, ਕਦੀ ਬਾਲਟੀ ਚੱਕਦੇ ਵਰਤਾਉਣ ਲੱਗ ਜਾਂਦੇ ਆ, ਕਦੀ ਭਾਂਡੇ ਮਾਂਜਣ ਲੱਗ ਜਾਂਦੇ ਆ। ਲਾਹੌਰ ਤੋਂ ਇਹ ਰਸਤਾ ਜਾਂਦਾ ਸੀ ਦਿੱਲੀ ਨੂੰ, ਦਿੱਲੀ ਦੇ ਰਾਹ 'ਚ ਇੱਧਰ ਹਰਿਦੁਆਰ ਨੂੰ ਲੋਕ ਜਾਇਆ ਕਰਦੇ ਸਨ। ਗੁਰੂ ਰਾਮਦਾਸ ਮਹਾਰਾਜ ਦੇ ਸਰੀਕੇ ਦੇ ਵਿੱਚੋਂ, ਇਹਨਾਂ ਦਾ ਸਰੀਕਾ ਭਾਈਚਾਰੇ ਵਿੱਚ ਚਾਚੇ ਤਾਏ ਲੱਗਦੇ ਸਨ। ਉਹ ਫਿਰ ਉਹਨਾਂ ਨੇ ਹਰਿਦੁਆਰ ਨੂੰ ਜਾਣਾ ਸੀ। ਉਹਨਾਂ ਨੇ ਕਿਹਾ ਰਸਤੇ ਵਿੱਚ ਚਲੋ ਸਾਡਾ ਇੱਥੇ ਮੁੰਡਾ ਹੈ, ਉਹਦੇ ਸਹੁਰੇ ਆ, ਇੱਥੇ ਚਲੋ ਰਾਤ ਰਹਿ ਕੇ ਚਲੇ ਜਾਂਦੇ ਆ। ਉਹ ਫਿਰ ਉਹਨਾਂ ਦੇ ਪਰਿਵਾਰ ਇੱਥੇ ਆਏ, ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਦਾ ਪ੍ਰਸ਼ਾਦਾ ਛਕਾਇਆ, ਬੜਾ ਸਤਿਕਾਰ ਕੀਤਾ। ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਦਸ਼ਾ ਦੇਖੀ ਵੀ ਇਹ ਤਾਂ ਸਾਰੀ ਦਿਹਾੜੀ ਬਹਿੰਦਾ ਹੀ ਨਹੀਂ ਹੈ, ਕਦੀ ਦਾਲ ਦੀ ਬਾਲਟੀ ਚੱਕ ਲੈਂਦਾ, ਕਦੀ ਭਾਂਡੇ ਮਾਂਜਣ ਲੱਗ ਪੈਂਦਾ, ਕਦੀ ਕੁਛ ਕਰਨ ਲੱਗ ਜਾਂਦਾ, ਕਦੀ ਕੁਛ ਕਰਨ ਲੱਗ ਜਾਂਦਾ। ਉਹਨਾਂ ਨੇ ਕਿਹਾ ਦੇਖੋ ਜਵਾਈ ਹੈ, ਇਹ ਤੋਂ ਭਾਂਡੇ ਮਜਾਉਂਦੇ ਆ, ਕਿੱਡੀ ਮਾੜੀ ਗੱਲ ਹੈ, ਇਹਦੇ ਨਾਲ ਤਾਂ ਸਾਡੇ ਹੀ ਰਹਿ ਲੈਂਦਾ ਉੱਥੇ ਸ਼ਰੀਕਾਂ ਦੇ, ਅਸੀਂ ਰੋਟੀ ਦੇ ਦਿੰਦੇ ਇਹਨੂੰ। ਇੰਨੀ ਬਦਨਾਮੀ ਇੱਥੇ ਲਿਆ ਕੇ ਗੁਰੂ ਘਰ ਵਿੱਚ ਇਹਦੀ ਸਹੁਰਿਆਂ ਦੇ ਘਰ ਵਿੱਚ ਕੀਤੀ ਹੈ, ਤਾਂ ਭਾਂਡੇ ਮਜਾਉਂਦੇ ਆ, ਤਾਂ ਸੇਵਾ ਕਰਵਾਉਂਦੇ ਆ। ਇਹ ਗੱਲ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਉਹਨਾਂ ਨੇ ਆਪਣੇ ਮੁੰਡੇ ਨੂੰ, ਜੇਠਾ ਜੀ ਨੂੰ ਕਹਿ ਕੇ ਬੁਲਾ ਕੇ ਉਹਨਾਂ ਦੇ ਚਾਚਿਆਂ ਤਾਇਆਂ ਨੇ ਗੱਲ ਕਹੀ। ਕਹਿਣ ਲੱਗੇ, ਓਏ ਜੇਠਿਆ ਤੂੰ ਤਾਂ ਸਾਡਾ ਨੱਕ ਵੱਢ ਦਿੱਤਾ, ਜੇ ਸਹੁਰਿਆਂ ਦੇ ਆ ਕੇ ਤੇਰੀ ਆਹ ਹਾਲਤ ਹੋਣੀ ਸੀ, ਤੂੰ ਸਾਡੇ ਕੋਲ ਰਹਿ ਲੈਂਦਾ, ਉੱਥੇ ਤੈਨੂੰ ਮਾੜਾ ਮੋਟਾ ਦੁਕਾਨ ਪਾ ਦਿੰਦੇ, ਮਾੜਾ ਮੋਟਾ ਕਾਰੋਬਾਰ। ਆਪਣੀ ਹਾਲਤ ਦੇਖ ਲੈ, ਸਾਡਾ ਨੱਕ ਵੱਢ ਦਿੱਤਾ ਤੂੰ ਸਾਡਾ ਇੱਥੇ ਆ ਕੇ। ਅਸੀਂ ਤਾਂ ਕਿਹਾ ਤੂੰ ਬਹੁਤ ਸੁਖੀ ਹੋਣਾ, ਤੇਰੇ ਸਹੁਰੇ ਅਮੀਰ ਬਹੁਤ ਹੈ, ਪਰ ਤੇਰੀ ਤਾਂ ਹਾਲਤ ਦੇਖ ਕੇ ਸਾਨੂੰ ਬੜਾ। ਉਹਨਾਂ ਨੂੰ ਜਵਾਬ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਇਹ ਬਚਨ ਉਚਾਰਿਆ। ਗੁਰੂ ਰਾਮਦਾਸ ਮਹਾਰਾਜ ਨੇ ਇਹ ਗਿਆਨ ਫਿਰ ਉਹਨਾਂ ਆਪਣੇ ਚਾਚੇ ਤਾਇਆਂ ਨੂੰ, ਸ਼ਰੀਕੇ ਭਾਈਚਾਰੇ ਨੂੰ ਇਹ ਫਿਰ ਬਚਨ ਬਖਸ਼ਿਸ਼ ਕੀਤਾ। ਕਹਿਣ ਲੱਗੇ, ਮੇਰੇ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਕਹਿੰਦੇ ਉਹ ਭੋਲਿਓ, ਗੁਰੂ ਨੇ ਵੱਡੀ ਕਿਰਪਾ ਕੀਤੀ, ਮੇਰੇ ਹਿਰਦੇ ਵਿੱਚ ਨਾਮ ਦਾ ਵਾਸਾ ਕਰ ਦਿੱਤਾ, ਮੇਰੇ ਸਿਰ 'ਤੇ ਹੱਥ ਰੱਖਿਆ ਉਹਨੇ,
ਦੁਨੀਆ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ, ਨਾਮ ਦਾ ਬਾਸਾ ਹਿਰਦੇ 'ਚ ਨਹੀਂ ਹੁੰਦਾ, ਭਾਵੇਂ ਸਾਰਾ ਯਤਨ ਕਰ ਲਵੇ ਕੋਈ। ਇਹ ਮਹਾਂਪੁਰਸ਼ਾਂ ਦੀ ਕਿਰਪਾ ਤੋਂ ਬਿਨਾਂ ਨਾਮ ਅੰਦਰ ਵੱਸਦਾ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹੜੀ ਕਿਤਿਓਂ ਚੀਜ਼ ਨਹੀਂ ਮਿਲਦੀ, ਜਿਹੜੀ ਕਿਤਿਓਂ ਮੁੱਲ ਵੀ ਨਹੀਂ ਮਿਲਦੀ, ਭਾਵੇਂ ਰਾਜਾ ਵੀ ਹੋਵੇ, ਭਾਵੇਂ ਸੋਨੇ ਚਾਂਦੀ ਹੀਰਿਆਂ ਦੇ ਢੇਰ ਲਾ ਦੇਵੇ, ਇਹ ਚੀਜ਼ ਮਿਲਦੀ ਨਹੀਂ ਹੈ। ਉਹ ਕਹਿੰਦੇ ਮੈਨੂੰ ਉਹ ਚੀਜ਼ ਗੁਰੂ ਨੇ ਦਿੱਤੀ ਆ, ਮੇਰੇ ਹਿਰਦੇ ਦੇ ਉੱਤੇ ਨਾਮ ਦਾ ਵਾਸਾ ਕਰ ਦਿੱਤਾ, ਮੈਨੂੰ ਇਹ ਚੀਜ਼ਾਂ ਦੀ ਪਰਵਾਹ ਨਹੀਂ ਹੈ। ਰਤਨ ਨਾਮ ਹਰ ਵਸਿਆ, ਰਤਨ ਰੂਪੀ ਪਰਮੇਸ਼ਰ ਦਾ ਨਾਮ ਮੇਰੇ ਹਿਰਦੇ ਤੇ ਵਸ ਗਿਆ। ਗੁਰ ਹੱਥ ਧਰਿਓ ਮੇਰਾ ਮਾਥਾ। ਜਦ ਆਪਾਂ ਬਹੁਤ ਕਿਸੇ ਤੇ ਖੁਸ਼ ਹੁੰਦੇ ਹਾਂ, ਨਿਆਣੇ ਦੇ ਮੱਥੇ ਤੇ ਹੱਥ ਰੱਖ ਦਈਦਾ, ਕਈ ਵਾਰੀ ਸਿਰ ਤੇ ਹੱਥ ਰੱਖ ਦਈਦਾ, ਅਸ਼ੀਰਵਾਦ। ਕਈ ਵਾਰੀ ਸਿਆਣੇ ਬੰਦੇ ਬੱਚੇ ਦੇ ਸਿਰ ਤੇ ਹੱਥ ਰੱਖ ਦਿੰਦੇ ਆ। ਸਿਰ ਤੇ ਹੱਥ ਜੇ ਤੇ ਖੁਸ਼ ਹੁੰਦਾ ਉਹ ਤੇ ਰੱਖਦਾ, ਹੋਰ ਨਹੀਂ ਕਿਸੇ ਤੇ ਰੱਖਦਾ। ਉਹ ਕਹਿੰਦੇ ਗੁਰੂ ਨੇ ਮੇਰੇ ਸਿਰ ਤੇ ਹੱਥ ਵੀ ਰੱਖਿਆ ਆ। ਜੇ ਮੇਰੇ ਹਿਰਦੇ ਵਿੱਚ ਨਾਮ ਵਸਣ ਦੀ ਬਖਸ਼ਿਸ਼ ਦਿੱਤੀ ਹੈ, ਤੇ ਮੇਰੇ ਸਿਰ ਤੇ ਹੱਥ ਵੀ ਹੈ, ਨਾਲ ਬਖਸ਼ਿਸ਼ ਵੀ ਦਿੱਤੀ ਹੈ। ਗੁਰ ਹੱਥ ਧਰਿਓ ਮੇਰਾ ਮਾਥਾ। ਕਹਿੰਦੇ ਇਹਦਾ ਫਲ ਕੀ ਮਿਲਿਆ ਮੈਨੂੰ? ਜੇ ਤੁਸੀਂ ਕਹੋ ਇਹਦਾ ਫਲ ਤਾਂ ਭਾਈ ਗਾਹਾਂ ਹੀ ਪਤਾ ਲੱਗੂਗਾ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਕੀਤੇ ਹੋਏ ਸਾਰੇ ਹੀ ਖਤਮ ਹੋ ਗਏ, ਕੋਈ ਰਿਹਾ ਹੀ ਨਹੀਂ। ਗੁਰੂ ਨੇ ਦ੍ਰਿਸ਼ਟੀ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ। ਰਾਸ਼ਟਰਪਤੀ ਹੈ, ਭਾਵੇਂ ਕਿਸੇ ਨੂੰ 50 ਸਾਲ ਦੀ ਸਜ਼ਾ ਛੱਡ ਦੇਵੇ, ਉਹਦੀ ਮਰਜ਼ੀ ਹੈ, ਚਾਹੇ ਕਿਸੇ ਨੂੰ ਬੰਨ੍ਹ ਦੇਵੇ। ਗੁਰੂ ਕਿਰਪਾ ਕਰਕੇ ਭਾਵੇਂ ਸਾਰੇ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਗੁਰੂ ਨੇ ਕਿਰਪਾ ਕੀਤੀ ਆ। ਮੇਰਾ ਰਿਨ ਜਿਹੜਾ ਕਰਜ਼ਾ ਹਰੇਕ ਮਨੁੱਖ ਦੇ ਸਿਰ ਤੇ ਹੈ। ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਮੇਰੇ ਸਿਰ ਤੇ ਕਰਜ਼ਾ ਨਹੀਂ ਆ। 3 ਪ੍ਰਕਾਰ ਦਾ ਕਰਜ਼ਾ ਹਰੇਕ ਮਨੁੱਖ ਦੇ ਸਿਰ ਤੇ ਹੈ। ਪਹਿਲਾ ਕਰਜ਼ਾ ਤਾਂ ਪ੍ਰਭੂ ਦਾ ਕਰਜ਼ਾ, ਇਹ ਦੇ ਨਹੀਂ ਸਕਦਾ ਕਦੀ ਵੀ। ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛੋ। ਜਾਂ ਬੰਦਾ ਫਸਿਆ ਆਵੇ ਔਰ ਅਰਦਾਸਾਂ ਕਰਦਾ, ਮਹਾਰਾਜ ਮੈਨੂੰ ਛਡਾ ਲਓ ਜੀ, ਮੈਂ ਮਹਾਰਾਜ ਤੁਹਾਡਾ ਨਾਮ ਜਪੂੰਗਾ ਜੀ, ਵਾਅਦਾ ਕਰਕੇ ਮੈਨੂੰ ਛਡਾਓ ਜੀ। ਮਹਾਰਾਜ ਮੈਂ ਇੱਥੇ ਪੁੱਠਾ ਲਟਕਦਾ ਜੀ, ਮੈਨੂੰ ਮਹਾਰਾਜ ਕਿਰਪਾ ਕਰੋ, ਤੁਹਾਡੀ ਕਿਰਪਾ ਹੋ ਜਾਵੇ, ਮੈਂ ਬਾਹਰ ਸੰਸਾਰ ਵਿੱਚ ਆ ਜਾਵਾਂ, ਮੈਂ ਤੈਨੂੰ ਭੁਲਾਊਂਗਾ ਨਹੀਂ, ਮੈਂ 10ਵਾਂ ਹਿੱਸਾ ਵੀ ਤੈਨੂੰ ਦਿਆ ਕਰੂੰਗਾ। ਅਤੇ ਸਤਿਗੁਰੂ ਜੀ ਨੇ ਇਹ ਬਾਣੀ ਲਿਖੀ ਹੈ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਾਤਾ ਦੇ ਗਰਭ ਵਿੱਚ ਰੱਖਿਆ ਕਰਨ ਵਾਲਾ ਸਭ ਤੋਂ ਪਹਿਲਾ ਕਰਜ਼ਾ ਨਿਰੰਕਾਰ ਦਾ ਹੈ, ਪਰਮੇਸ਼ਰ ਦਾ ਹੈ। ਇਹਦੇ ਸਿਰ ਤੇ ਕਰਜ਼ਾ ਹੈ। ਪਹਿਲਾ ਕਰਜ਼ਾ ਉਹ ਹੈ। ਦੂਜਾ ਕਰਜ਼ਾ ਮਾਤਾ ਪਿਤਾ ਦਾ। ਮਾਤਾ ਪਿਤਾ ਦਾ ਕਰਜ਼ਾ ਇਹ ਦੇ ਨਹੀਂ ਸਕਦਾ ਕਦੀ ਵੀ। ਮਾਤਾ ਆਪ ਗਿੱਲੇ ਥੈਂ ਪੈਂਦੀ ਆ, ਪੁੱਤ ਨੂੰ ਸੁੱਕੇ ਥੈਂ ਪਾਉਂਦੀ ਆ, ਉਹਨੂੰ ਲਿਬੜੇ ਲਿਬੜਾਏ ਨੂੰ ਆਪਣੇ ਢਿੱਡ ਤੇ ਪਾਉਂਦੀ ਹੈ। ਸਾਰੀ ਦਿਹਾੜੀ ਨਿਆਣਾ ਰੋਂਦਾ ਰਹੇ, ਮੋਢੇ ਨਾਲ ਲਾਉਂਦੀ ਨਹੀਂ। ਉਹ ਆਪ ਜਿੰਨੀ ਮਰਜ਼ੀ ਦੁਖੀ ਹੋਵੇ, ਬੱਚੇ ਨੂੰ ਸਿੱਟਦੀ ਨਹੀਂ ਕਦੀ ਉਹ। ਮਾਤਾ ਪਿਤਾ ਦਾ ਕਰਜ਼ਾ। ਕਹਿੰਦੇ ਦੂਜਾ ਕਰਜ਼ਾ ਇਹਦੇ ਸਿਰ ਤੇ ਮਾਤਾ ਪਿਤਾ ਦਾ ਹੈ। ਤੀਜਾ ਕਰਜ਼ਾ ਹੈ ਦੇਵੀ ਦੇਵਤਿਆਂ ਦਾ। ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਲਿਖਿਆ, ਜੇ ਪ੍ਰਸਾਦ ਪੀਵੇਂ ਸੀਤਲ ਜਲਾ, ਸੁਖਦਾਈ ਪਾਵਨ ਪਾਵਕ ਅਮੁੱਲਾ। ਜਿਹਦੀ ਕਿਰਪਾ ਨਾਲ ਪਾਣੀ, ਅੱਗ ਅਤੇ ਹਵਾ ਤੈਨੂੰ ਫ੍ਰੀ ਮਿਲੇ ਆ। ਪਾਣੀ ਦੁਨੀਆ ਵਿੱਚ ਜਿੱਥੇ ਮਰਜ਼ੀ ਲੈ ਲਓ, ਤੁਹਾਤੋਂ ਪਾਣੀ ਮੁੱਲ ਨਹੀਂ ਲੈਂਦਾ ਕੋਈ ਵੀ, ਫ੍ਰੀ ਆ, ਜਿੱਥੇ ਮਰਜ਼ੀ ਪੀ ਲਓ। ਦਰਿਆ ਚੱਲਦੇ ਆ, ਕੋਈ ਰੋਕਦਾ ਨਹੀਂ ਹੈ, ਪਾਣੀ ਫ੍ਰੀ ਹੈ। ਉਹ ਵੱਖਰੀ ਗੱਲ ਹੈ, ਫਿਲਟਰਾਂ ਫੋਟਰਾਂ ਵਾਲੇ ਦੁਨੀਆ ਮੁੱਲ ਲੈ ਕੇ ਪੀਣ ਲੱਗ ਪਏ, ਉਹਨਾਂ ਦੀ ਮਰਜ਼ੀ ਹੈ। ਥੱਲੇ ਬੋਰ ਕਰ ਲਓ, ਪਾਣੀ ਲੈ ਆਓ, ਦਰਿਆ ਤੋਂ ਪਾਣੀ ਲੈ ਆਓ, ਕੋਈ ਰੋਕਦਾ ਵੀ ਕਿਉਂ ਲੈ ਕੇ ਚੱਲਿਆ ਵੀ ਤੂੰ। ਅੱਗ, ਪਾਣੀ ਅਤੇ ਹਵਾ। ਜਿਹੜਾ ਪਾਣੀ ਰਾਜਾ ਵਰਤਦਾ ਉਹੀ ਤੁਸੀਂ ਵਰਤਦੇ ਹੋ, ਫ੍ਰੀ ਹੈ ਇਹ। ਇਹਦਾ ਕਰਜ਼ਾ ਤਾਂ ਹੋਊਗਾ ਹੀ, ਅਗਲੇ ਬਿੱਲ ਤਾਂ ਲੈਣਗੇ ਹੀ। ਕਈ ਮਹਾਤਮਾ ਦਾ ਪਾਣੀ ਵੀ ਬਹੁਤ ਸੰਕੋਚ ਨਾਲ ਵਰਤਦੇ ਆ। ਉਹ ਕਹਿੰਦੇ ਪਈ ਲੇਖਾ ਦੇਣਾ ਪਊਗਾ ਇਹਦਾ ਵੀ, ਜਿਹੜੀ ਚੀਜ਼ ਹੱਦ ਤੋਂ ਵਾਧੂ ਵਰਤਣੀ ਕਹਿੰਦੇ ਲੇਖਾ ਦੇਣਾ ਪਊਗਾ। ਉਹ ਪਾਣੀ ਵੀ ਸੰਕੋਚ ਨਾਲ ਇਸ਼ਨਾਨ ਕਰਦੇ ਆ ਬਹੁਤ ਮਹਾਤਮਾ, ਉਹਨਾਂ ਦੀ ਸੋਚ ਹੈ। ਦੂਜਾ ਹੈ ਅੱਗ। ਅੱਗ ਤੋਂ ਬਿਨਾਂ ਮਨੁੱਖ ਦਾ ਜੀਣਾ ਬੜਾ ਔਖਾ ਹੈ। ਅੱਗ ਲੱਕੜੀਆਂ ਦੀ ਚਾਹੇ ਗੈਸ ਦੀ ਹੈ ਤਾਂ ਅੱਗ ਹੈ, ਇਹ ਵੀ ਫ੍ਰੀ ਦਿੱਤੀ ਹੈ। ਉੱਥੋਂ 4 ਲੱਕੜੀਆਂ ਚੱਕ ਲਿਓ, ਅੱਗ ਲਾ ਲਓ, ਕੋਈ ਰੋਕਦਾ? ਇੱਥੋਂ ਪੱਤੇ ਚੱਕ ਕੇ ਲਿਆ ਕੇ ਅੱਗ ਲਾ ਲਓ, ਰੋਕਦਾ ਕੋਈ? ਠੰਡ ਲੱਗਦੀ ਹੈ, ਇੱਥੋਂ ਘਾਹ ਫੂਸ ਇਕੱਠਾ ਕਰੋ, ਅੱਗ ਲਾ ਲਓ, ਫ੍ਰੀ ਹੈ, ਕੋਈ ਰੋਕਦਾ ਨਹੀਂ ਹੈ, ਅੱਗ ਫ੍ਰੀ ਹੈ। ਹਵਾ,
ਬਹੁਤ ਜਗ੍ਹਾ ਤੇ ਹਵਾ ਆਕਸੀਜਨ ਲੈ ਕੇ ਜਾਣੀ ਪੈਂਦੀ ਹੈ। ਉੱਪਰ ਜਿਹੜਾ ਦੇਵਲੋਕ ਹੈ ਉੱਥੇ ਆਕਸੀਜਨ ਲੈ ਕੇ ਜਾਣੀ ਪੈਂਦੀ ਹੈ। ਇੱਥੇ ਤੁਹਾਨੂੰ ਆਕਸੀਜਨ ਫ੍ਰੀ ਹੈ, ਇਹਦਾ ਕੋਈ ਮੁੱਲ ਨਹੀਂ ਲਿਆ ਨਿਰੰਕਾਰ ਨੇ ਤੁਹਾਡੇ ਕੋਲੋਂ। ਇਹ ਤਿੰਨੇ ਚੀਜ਼ਾਂ ਬੜੀਆਂ ਕੀਮਤੀ ਹੈ। ਤੀਜਾ ਕਰਜ਼ਾ ਇਹਨਾਂ ਦਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਤਾਂ ਤਿੰਨੇ ਕਰਜ਼ੇ ਲੈ ਗਏ। ਜੋ ਮੇਰੇ ਮਾਤਾ ਪਿਤਾ ਨੇ ਮੇਰੀ ਸੇਵਾ ਕੀਤੀ ਸੀ ਉਹਨਾਂ ਨੂੰ ਫਲ ਦੇ ਦੇਣਾ ਪਰਮੇਸ਼ਰ ਨੇ, ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਹੈ। ਦੂਜੀ ਗੱਲ, ਨਿਰੰਕਾਰ ਨੇ ਮੈਨੂੰ ਸਭ ਤੋਂ ਵੱਡੀ ਦਾਤ ਦੇ ਦਿੱਤੀ ਹੈ। ਤੀਜੀ ਗੱਲ, ਦੇਵੀ ਦੇਵਤੇ ਉਹਨਾਂ ਪੁਰਸ਼ਾਂ ਦਾ ਸਤਿਕਾਰ ਕਰਦੇ ਆ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੋਇਆ, ਉਹਨਾਂ ਦਾ ਸਤਿਕਾਰ ਕਰਦੇ ਸਾਰੇ ਹੀ। ਉਹਨਾਂ ਨੂੰ ਅੱਗ ਜਾਲਦੀ ਨਹੀਂ, ਪਾਣੀ ਡੋਬਦਾ ਨਹੀਂ ਹੈ। ਇਹ ਸਾਰੇ ਉਹਨਾਂ ਦੇ ਵੱਸ ਵਿੱਚ ਹੁੰਦੇ ਆ। ਪੈ ਵਿੱਚ ਬਹੇ ਪਵਨ ਬਹੇ ਸਦਬਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦਵਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ਼, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜਿਹਦਾ ਨਾਮ ਹੀ ਅੰਦਰ ਹੀ ਵਸ ਗਿਆ ਉਹਦੇ ਤੋਂ ਸਾਰੇ ਹੀ ਡਰਦੇ ਆ। ਇਹ ਉਹਦੇ ਹੁਕਮ ਵਿੱਚ ਖੜੇ ਆ। ਜਿਹਦੇ ਅੰਦਰ ਉਹਦਾ ਨਾਮ ਬੈਠਾ ਉਹ ਤੋਂ ਸਾਰੇ ਹੀ ਡਰਦੇ ਆ। ਇੱਥੇ ਤੁਸੀਂ ਪ੍ਰਧਾਨ ਮੰਤਰੀ ਚਿੱਠੀ ਲਿਆ ਕੇ ਕਿਸੇ ਸਰਕਾਰੀ ਦਰਬਾਰੇ ਦਿਖਾ ਦਿਓ, ਸਾਰੇ ਪਰੇ ਹੋ ਜਾਂਦੇ ਹੋ। ਇੱਦਾਂ ਜਿਹਦੇ ਅੰਦਰ ਨਿਰੰਕਾਰ ਦੀ ਵਸਤੂ ਬੈਠੀ ਹੈ ਉਹ ਤੋਂ ਸਾਰੇ ਹੀ ਡਰਦੇ ਆ। ਉਹਨੂੰ ਅੱਗ ਕੁਛ ਨਹੀਂ ਕਹਿੰਦੀ। ਇਹਨੀ ਕਰਜ਼ਾ ਕੀ ਮੰਗਣਾ ਉਹ ਤੋਂ, ਉਹ ਤਾਂ ਆਪ ਉਹਦੇ ਤਾਬੇਦਾਰ ਹੋ ਕੇ ਰਹਿੰਦੇ ਆ। ਗੁਰੂ ਨਾਮ ਦੀ ਔਰ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਕਹਿੰਦੇ ਹੁਣ ਜਿਹੜਾ ਮੈਂ ਰਾਮ ਦਾ ਨਾਮ ਜਪੂੰਗਾ ਸਭ ਅਰਥ ਵਿੱਚ ਹੈ, ਬੇਅਰਥਾ ਨਹੀਂ ਜਾਊਗਾ ਇਹ। ਕਿਉਂਕਿ ਜੇ ਨਾਮ ਅੰਦਰ ਹੀ ਵਸ ਗਿਆ ਹੋਰ ਕੋਈ ਚੀਜ਼ ਅੰਦਰ ਆਉਣੀ ਨਹੀਂ ਹੈ। ਜਿਹੜਾ ਅੰਦਰ ਆ ਗਿਆ ਉਹ ਜਮ੍ਹਾਂ ਹੀ ਆ, ਜਿਹੜਾ ਅੰਦਰ ਗੋਲਕ 'ਚ ਪੈ ਗਿਆ ਜਮ੍ਹਾਂ ਹੀ ਆ। ਜੇ ਆਉਂਦੇ ਵਿੱਚ ਕੋਈ ਹੋਰ ਚੀਜ਼ ਆ ਬੜੀ, ਮਹਾਰਾਜ ਛੇਵੇਂ ਪਾਤਸ਼ਾਹ ਗੱਦੀ ਦੇਣ ਨੂੰ ਫਿਰਦੇ ਸੀ, ਉਹ ਘੋੜਾ ਮੰਗਣ ਲੱਗ ਗਿਆ, ਵਿੱਚ ਘੋੜਾ ਆ ਬੜਿਆ। ਅਰਥ ਵਿੱਚ ਨਹੀਂ ਨਾ ਆਇਆ ਉਹ। ਜੇ ਉਹ ਘੋੜਾ ਨਾ ਮੰਗਦਾ ਉਹਨੂੰ ਛੇਵੇਂ ਪਾਤਸ਼ਾਹ ਗੱਦੀ ਦੇਣ ਲੱਗੇ ਸੀ, ਆਪਣੀ ਗੱਦੀ 'ਤੇ ਬਹਾਲਣ ਲੱਗੇ ਸੀ, ਇੰਨਾ ਸਤਿਕਾਰ ਕਰਨ ਲੱਗੇ ਸੀ ਉਹਦਾ। ਜਦੋਂ ਫਿਰ ਪਰਮੇਸ਼ਰ ਦਾ ਨਾਮ ਹੀ ਅੰਦਰ ਵਸ ਗਿਆ, ਫਿਰ ਜੋ ਪਰਮੇਸ਼ਰ ਦਾ ਨਾਮ ਜਪਿਆ ਅਰਥ ਵਿੱਚ ਹੈ, ਉਹ ਬੇਅਰਥਾ ਨਹੀਂ ਗਿਆ। ਇਹ ਗੁਟਕਾ ਫੜ ਕੇ ਬੈਠਾ, ਲੋਕਾਂ ਨਾਲ ਗੱਲਾਂ ਕਰੀ ਜਾਂਦਾ, ਆਪਣਾ ਵਿਹਾਰ ਕਰੀ ਜਾਂਦਾ, ਫੜ ਕੇ ਗੁਟਕਾ ਬੈਠਾ। ਉਹ ਉੱਥੇ ਗੁਟਕੇ ਵਿੱਚ ਤਾਂ ਇੱਕ ਜੀਭ ਬਾਣੀ ਪੜ੍ਹਦੀ ਆ, ਬਾਕੀ ਤਾਂ ਫਿਰਦਾ ਤਾਂ ਇੱਧਰ ਉੱਧਰ। ਉਹ ਬੇਅਰਥਾ ਹੈ। ਜਿਹਦਾ ਬਾਣੀ ਪੜ੍ਹਦਾ ਕੰਨ ਨਾਲ ਸੁਣਦਾ ਹੈ ਉਹਦਾ ਬੇਅਰਥਾ ਨਹੀਂ, ਉਹਦਾ ਅਰਥ ਹੈ। ਇਹ ਮੂੰਹ ਨਾਲ ਬੋਲਦਾ ਰਹਿੰਦਾ, ਕੰਨ ਨਾਲ ਸੁਣਦਾ ਨਹੀਂ। ਕੰਨ ਜਦੋਂ ਬੇਧਿਆਨੇ ਹੁੰਦੇ ਉਦੋਂ ਬੇਅਰਥਾ ਜਾਂਦਾ। ਜਦੋਂ ਕੰਨ ਸਾਵਧਾਨ ਰਹਿੰਦੇ ਫਿਰ ਬੇਅਰਥਾ ਨਹੀਂ, ਫਿਰ ਅਰਥ ਵਿੱਚ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਬਿਨ ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਨਾਮ ਦ੍ਰਿੜ ਹੋ ਜਾਣਾ ਹੋਰ ਚੀਜ਼ ਹੈ ਅਤੇ ਨਾਮ ਜਪਣਾ ਹੋਰ ਚੀਜ਼ ਹੈ। ਦ੍ਰਿੜ ਹੁੰਦਾ ਵਿਸ਼ਵਾਸ, ਜੋ ਮੈਂ ਨਾਮ ਜਪਦਾ ਇਹ ਅਰਥ ਵਿੱਚ ਹੈ। ਜੋ ਮੈਂ ਨਾਮ ਜਪਦਾ ਇਹਦੇ ਤੋਂ ਬਿਨਾਂ ਸੰਸਾਰ ਵਿੱਚ ਦੂਜੀ ਕੋਈ ਇਹਦੇ ਬਰਾਬਰ ਦੀ ਚੀਜ਼ ਨਹੀਂ ਹੈ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਬਖਿਆਨ, ਜੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗਵਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਬਖਿਆਨ। ਇਹ ਸਾਰੇ ਮਹਾਰਾਜ ਕਹਿੰਦੇ ਜਿੰਨਾ ਵੀ ਹੈ ਇਹ ਪਰਮੇਸ਼ਰ ਦੇ ਨਾਮ ਦੀ ਵਿਚਾਰ ਤੋਂ ਸਾਰੇ ਥੱਲੇ ਹੀ ਹੈ। ਨਾਮ ਦੀ ਵਿਚਾਰ ਕਰਨੀ, ਪਰਮੇਸ਼ਰ ਦੀ ਉਸਤਤ ਕਰਨੀ। ਗੁਰ ਪੂਰੇ ਹਰ ਨਾਮ ਦ੍ਰਿੜਾਇਆ। ਉਹ ਕਹਿੰਦੇ ਭੋਲਿਓ ਇਹ ਪੂਰਾ ਗੁਰੂ ਹੈ, ਸਮਰੱਥ ਹੈ, ਪੂਰਾ ਪ੍ਰਭ ਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਮੈਂ ਤਾਂ ਆਪਣਾ ਸਹੁਰਾ ਨਹੀਂ ਸਮਝਦਾ, ਮੈਂ ਤਾਂ ਨਿਰੰਕਾਰ ਸਮਝਦਾ। ਉਹਨੇ ਨਾਮ ਦਾ ਵਿਸ਼ਵਾਸ ਮੈਨੂੰ ਦਵਾ ਦਿੱਤਾ, ਮੇਰੇ ਅੰਦਰ ਚੀਜ਼ ਬਹਾਲ ਦਿੱਤੀ। ਮੈਨੂੰ ਹੁਣ ਇਹ ਤੋਂ ਬਿਨਾਂ ਤਾਂ ਹੋਰ ਤਾਂ ਕਿਸੇ ਵਿਸ਼ਵਾਸ ਹੈ ਹੀ ਨਹੀਂ। ਗੁਰ ਪੂਰੇ ਹਰ ਨਾਮ ਨਾਵੇਂ ਜੀਵਨ ਬਿਰਥਾ ਰਹਾਓ। ਅੱਗੇ ਵਿਸਰਾਮ ਦੇ ਕੇ ਸਤਿਗੁਰੂ ਜੀ ਦੱਸਦੇ ਜਿਨ੍ਹਾਂ ਨੂੰ ਨਾਮ ਨਹੀਂ ਮਿਲਿਆ, ਜਿਹੜੇ ਕਹਿੰਦੇ ਨਾਮ ਅਸੀਂ ਆਪੇ ਹੀ ਜਪ ਲੈਣਾ, ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਉਹਨਾਂ ਵਾਸਤੇ ਪੰਕਤੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸ਼ਰੀਕਾਂ ਨੂੰ ਦੱਸੀ ਹੈ ਵੀ ਤੁਸੀਂ ਆਪਣੇ ਆਪ 'ਚ ਹੀ ਵੱਡੇ, ਤੁਸੀਂ ਠੀਕ ਹੈ ਧਾਰਮਿਕ ਹੋਵੋਗੇ, ਤੁਸੀਂ ਆਪਣੇ ਆਪ 'ਚ ਹੀ ਵੱਡੇ ਹੈ। ਇੱਥੇ ਗੁਰੂ ਰਾਮਦਾਸ ਮਹਾਰਾਜ ਨੇ ਲਿਖਿਆ ਬਿਨ ਗੁਰ ਮੂੜ ਪਏ ਹੈ ਮਨਮੁਖ,
ਬਿਨਾਂ ਗੁਰੂ ਤੋਂ ਮੂੜ ਹੁੰਦਾ ਆਪਣੀ ਮਰਜ਼ੀ ਕਰਨ ਵਾਲਾ। ਜਦ ਮਾਸਟਰ ਦਾ ਭੈ ਨਾ ਹੋਵੇ ਸਕੂਲੇ ਨਿਆਣੇ ਰੌਲਾ ਪਾਉਂਦੇ ਆ। ਜਦ ਕਿਸੇ ਨੂੰ ਰੱਬ ਦਾ ਭੈ ਨਾ ਹੋਵੇ ਮਾੜੇ ਕਰਮ ਕਰਨ ਤੋਂ ਹਟਦਾ ਨਹੀਂ ਉਹ। ਪੈ ਬਿਨ ਭਗਤ ਨਾ ਹੋਵੇ ਤੇਰੀ, ਪੈ ਕੀ ਆਂਦੇ ਸਲਾਈਆਂ ਨੈਣੀ ਪਾਪ ਕਾ ਕਰ ਸਿੰਗਾਰੋ। ਪੈ ਤੋਂ ਬਿਨਾਂ ਤਾਂ ਕੋਈ ਸੰਸਾਰ ਵਿੱਚ ਕੰਮ ਹੈ ਹੀ ਨਹੀਂ। ਉਹ ਕਹਿੰਦੇ ਬਿਨ ਗੁਰ ਮੂੜ ਪਏ ਹੈ ਮਨਮੁਖ। ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ਉਹਨਾਂ ਨੂੰ ਭੈ ਕਿਸੇ ਦਾ ਹੈ ਹੀ ਨਹੀਂ। ਅਸੀਂ ਪਹਿਲਾਂ ਤੋਂ ਮਹਾਂਪੁਰਸ਼ਾਂ ਕੋਲ ਮਹਾਂਪੁਰਸ਼ਾਂ ਦਾ ਭੈ ਨਾ ਕਰੀਏ ਤਾਂ ਫਿਰ ਜਾਣ ਦਾ ਕੀ ਫਾਇਦਾ। ਉਹਨਾਂ ਕੋਲ ਜਾਂਦੇ ਮਹਾਂਪੁਰਸ਼ਾਂ ਦੇ ਸਾਹਮਣੇ ਬੋਲਦੇ ਨਾ ਸੀ, ਜਗਿਆਸੂ ਚੁੱਪ ਕਰਕੇ ਖੜੇ ਹੋ ਜਾਂਦੇ ਸੀ। ਜੋ ਮਹਾਂਪੁਰਸ਼ ਨੇ ਕਹਿਣਾ ਉਹ ਮੰਨ ਲੈਣਾ। ਕਹਿੰਦੇ ਨਾ ਗੁਰੂ ਤੋਂ ਆਪਣੀ ਮਰਜ਼ੀ ਕਰਨ ਵਾਲੇ ਲੋਕ ਆਪਣੇ ਸ਼ਰੀਕਾਂ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਗੱਲ ਕਹੀ। ਬਿਨ ਗੁਰ ਮੂੜ ਪਏ ਹੈ ਮਨਮੁਖ। ਉਹ ਮਨਮੁਖ ਹੈ, ਮਨ ਵੱਲ ਨੂੰ ਦੇਖਦੇ ਆ, ਪਰਮੇਸ਼ਰ ਵੱਲ ਨੂੰ ਨਹੀਂ ਦੇਖਦੇ। ਅਤੇ ਮੋਹ ਮਾਇਆ ਨਿਤ ਫਾਥਾ, ਉਹ ਮੋਹ ਮਾਇਆ ਵਿੱਚ ਫਸੇ ਹੋਏ ਆ। ਫਾਥਾ ਫਸੇ ਹੋਏ, ਜਿਹਦਾ ਜਾਨਵਰ ਫਸ ਗਿਆ, ਜਾਲ ਵਿੱਚ ਫਸ ਗਿਆ, ਨਿਕਲਣਾ ਬੜੀ ਮੁਸ਼ਕਲ ਗੱਲ ਹੈ। ਦੂਆ ਕੋਈ ਕੱਢ ਦੇਵੇ ਤਾਂ ਕੱਢ ਦੇਵੇ, ਜਾਨਵਰ ਆਪਣੇ ਆਪ ਨਹੀਂ ਨਿਕਲ ਸਕਦਾ। ਜੇ ਬੰਦਾ ਕਹੇ ਮੈਂ ਮੋਹ ਮਾਇਆ ਤੋਂ ਆਪੇ ਨਿਕਲ ਜੂ, ਜਾ ਲਾ ਲਵੇ ਸਾਰੀ ਜ਼ਿੰਦਗੀ ਜੋਰ, ਭਾਵੇਂ ਜਿੰਨੇ ਮਰਜ਼ੀ ਜਨਮ ਲੱਗ ਜਾਣ। ਬਿਨਾਂ ਗੁਰੂ ਤੋਂ ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੈ ਕਬਹੂ, ਤਿਨ ਸਭ ਜਨਮਾ ਕਾਥਾ। ਕਹਿੰਦੇ ਉਹਨਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ ਨਹੀਂ ਹੈ, ਜਨਮ ਬਿਰਥਾ ਚਲੇ ਗਿਆ। ਇਹ ਪੰਗਤੀ ਜਿਹੜੇ ਕਹਿੰਦੇ ਸੰਤਾਂ ਨੂੰ ਮੱਥਾ ਨਹੀਂ ਟੇਕਣਾ, ਸੁਣਾ ਦਿਓ ਇਹਦਾ ਅਰਥ ਕਰਕੇ ਦਿਖਾਸਣ ਕੀ ਹੈ ਇਹਦਾ ਅਰਥ। ਜਿਨ ਸਾਧੂ ਚਰਨ ਬਿਨ ਗੁਰ ਮੂੜ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨਾ ਸੇਵੈ ਕਬਹੂ। ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ। ਤਿਨ ਸਭ ਜਨਮ ਅਕਾਥਾ, ਜਨਮ ਅਕਾਰਥਕੀਨ, ਕਾਰਥ ਬਿਰਥਾ ਚਲੇ ਗਿਆ। ਅਗਲੀ ਪੰਕਤੀ ਵਿੱਚ ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ। ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ ਹੈ, ਜਿਨ ਸਾਧੂ ਚਰਨ, ਸਾਧੂਆਂ ਦੇ ਚਰਨਾਂ ਦੀ ਸਾਧ ਪਗ ਸੇਵੈ। ਸਾਧੂਆਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਹੈ, ਅਤੇ ਸਾਧੂਆਂ ਦੇ ਪੈਰਾਂ ਦੀ ਉਹਨਾਂ ਨੂੰ ਦੱਬਿਆ ਘੁੱਟਿਆ, ਉਹਨਾਂ ਦੀ ਸਰੀਰ ਦੀ ਸੇਵਾ ਵੀ ਕੀਤੀ ਹੈ। 2 ਵਾਰ ਲਿਖਿਆ ਇੱਥੇ ਸਤਿਗੁਰੂ ਜੀ ਨੇ। ਤਿਨ ਸਾਧੂ ਚਰਨ ਨਾ ਸੇਵੈ ਕਬਹੂ, ਤਿਨ ਜਿਨ ਸਾਧੂ ਚਰਨ ਸਾਧ ਪਗ ਸੇਵੇ। ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ ਹੈ, ਸਾਧੂਆਂ ਦੀ ਸੇਵਾ ਕੀਤੀ ਹੈ, ਉਹਨਾਂ ਦੇ ਸਰੀਰਾਂ ਦੀ ਸੇਵਾ ਕੀਤੀ ਹੈ। ਤਿਨ ਸਫਲਿਓ ਜਨਮ ਸਨਾਥਾ, ਉਹਨਾਂ ਦਾ ਜਨਮ ਸਫਲਾ ਹੋ ਗਿਆ। ਉਹ ਸੰਸਾਰ ਵਿੱਚੋਂ ਆਪਣਾ ਸਵਾਸ ਸਫਲੇ ਕਰਕੇ ਚਲੇ ਗਏ। ਮੱਤ ਭੁਲੇਖਾ ਕਿਸੇ ਨੂੰ ਰਹਿ ਜਾਵੇ। ਬੜੇ ਅਗਿਆਨੀ ਲੋਕ ਆਪਣੀ ਮੱਤ ਬੁੱਧੀ ਲੈ ਕੇ ਲੋਕ ਗਲਤ ਪ੍ਰਚਾਰ ਕਰ ਜਾਂਦੇ ਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਹੈ। ਜਿਹਨੂੰ ਮਰਜ਼ੀ ਪੁੱਛ ਲਿਓ, ਗੀਤਾ ਵਿੱਚ ਵੀ ਇਹੀ ਵਿਚਾਰ ਆਊਗਾ, ਦੂਜਾ ਨਹੀਂ ਆਊਗਾ। ਭਗਵਾਨ ਕ੍ਰਿਸ਼ਨ ਕਹਿੰਦੇ ਹੈ ਅਰਜਨ, ਰੱਬ ਦੇ ਪਿਆਰਿਆਂ ਤੋਂ ਬਿਨਾਂ ਮਿਲਾਪ ਨਹੀਂ ਕਦੀ ਵੀ ਹੋ ਸਕਦਾ। ਪ੍ਰਭੂ ਪਿਆਰੇ ਜਿਹੜੇ ਆ ਮੇਰੇ ਭਗਤ ਹੈ, ਉਹ ਮੇਰੇ ਮੁਕਟ ਮਣੀ ਆ, ਮੈਂ ਇੱਥੇ ਰੱਖੇ ਹੋਏ ਆ। ਉਹ ਜਿਹੜੇ ਮੈਨੂੰ ਯਾਦ ਕਰਦੇ, ਮੈਂ ਆਪਣੇ ਮੁਕਟ ਵਿੱਚ ਜੜੇ ਹੋਏ ਆ, ਮੈਂ ਉਹਨਾਂ ਨੂੰ ਉੱਤੇ ਰੱਖਦਾ ਆਪਣੇ ਤੋਂ ਵੀ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੀ ਗੱਲ ਲਿਖੀ ਹੈ, ਮੇਰੀ ਬਾਂਧੀ ਭਗਤ ਛਡਾਵੇ। ਬਾਂਧੇ ਭਗਤ ਨਾ ਛੂਟੇ ਮੋਹ, ਇੱਕ ਸਮੇਂ ਮੋਕੋ ਗਏ ਬਾਂਧੇ ਫਨ ਮੋਹ ਪੈ ਜਵਾਬ ਨਾ ਹੋਈ। ਕਹਿੰਦੇ ਇਹਨਾਂ ਦੀਆਂ ਬੰਨੀਆਂ ਮੈਂ ਨਹੀਂ ਛੁਡਾ ਸਕਦਾ। ਉਹੀ ਗੱਲ ਉੱਧਰ ਹੈ, ਉਹੀ ਗੱਲ ਉੱਧਰ ਹੈ, ਉਹਦੇ 'ਚ ਫਰਕ ਤਾਂ ਕੋਈ ਨਹੀਂ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ। ਮਹਾਰਾ ਆਪ ਦੇ ਦਾਸਾਂ ਦਾ ਦਾਸ ਮੈਨੂੰ ਬਣਾ ਲਓ ਜੀ। ਹਰ ਦਇਆ ਤਾਰ ਜਗਨਨਾਥਾ। ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਜੀ, ਇਹ ਕਿਰਪਾ ਕਰਕੇ ਦਇਆ ਕਰ ਦਿਓ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ। ਜਿਹੜੇ ਤੁਹਾਡੇ ਦਾਸ ਹੈ, ਜਿਹੜੇ ਤੁਹਾਡੀ ਸੇਵਾ ਕਰਦੇ ਆ, ਮੈਨੂੰ ਉਹਨਾਂ ਦਾ ਸੇਵਕ ਬਣਾ ਦਿਓ। ਹਰ ਦਇਆ ਤਾਂ ਹਮ ਅੰਧਲੇ ਗਿਆਨਹੀਨ ਅਗਿਆਨੀ। ਅੰਨਾ ਹੁੰਦਾ ਗਿਆਨ ਤੋਂ ਅੰਨਾ, ਅੱਖਾਂ ਤੋਂ ਅੰਨੇ ਨੂੰ ਅੰਨਾ ਨਹੀਂ ਗਿਣਦੀ ਗੁਰਬਾਣੀ। ਅੰਧੇ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਜਿਨ੍ਹਾਂ ਦੀਆਂ ਅੱਖਾਂ ਮੂੰਹ 'ਤੇ ਹੈ ਨਹੀਂ, ਅੰਨੇ ਨਹੀਂ ਆ ਉਹ। ਜਿਹੜੇ ਗਿਆਨ ਤੋਂ ਭੁੱਲੇ ਹੋਏ ਅੰਨੇ ਤਾਂ ਉਹ ਅੱਖਾਂ ਵਾਲੇ, ਜਿਨ੍ਹਾਂ ਨੂੰ ਅੱਖਾਂ ਹੁੰਦਿਆਂ ਦੀਦਾ ਕੁਛ ਨਹੀਂ ਹੈ। ਕਹਿੰਦੇ ਨਹੀਂ, ਹਮ ਅੰਧਲੇ ਗਿਆਨਹੀਨ ਅਗਿਆਨੀ। ਜਿਨ੍ਹਾਂ ਨੂੰ ਗਿਆਨ ਨਹੀਂ ਹੈ ਕੋਈ ਚੰਗੇ ਮੰਦੇ ਦਾ, ਕੋਈ ਗੁਰਬਾਣੀ ਦਾ, ਕੋਈ ਧਾਰਮਿਕ ਪੱਖ ਦਾ, ਕੋਈ ਹੋਰ ਕੋਈ ਗਿਆਨ ਹੀ ਨਹੀਂ ਹੈ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ। ਮਹਾਰਾਜ ਤੁਹਾਡੇ ਰਸਤੇ 'ਤੇ ਕਿੱਦਾਂ ਚੱਲ ਸਕਦੇ ਹਾਂ ਜੀ। ਗੁਰੂ ਰਾਮਦਾਸ ਮਹਾਰਾਜ ਆਪਣੇ ਰਿਸ਼ਤੇਦਾਰਾਂ ਨੂੰ ਸਮਝਾ ਕੇ ਆਖਰੀ ਪੰਕਤੀ ਵਿੱਚ ਗੁਰੂ ਅਮਰਦਾਸ ਮਹਾਰਾਜ ਨੂੰ ਇਹ ਬੇਨਤੀ ਕਰਕੇ ਇਹ ਸ਼ਬਦ ਸੰਪੂਰਨ ਕੀਤਾ
क्यों चाले मार्ग पंथा। मैं महाराज रस्ता दसो जी, पंथा हुंदा रस्ता, थोड़े मार्ग ते किद्दां चल सकते हैं। हम अंधले को गुर अंचल दीजे। महाराज साढ़े चलण की समर्था नहीं है। अन्ने नूं आसरा दे दिओ, अंचल हुंदा है आसरा। हम अंधले को गुर अंचल दीजे। महाराज आसरा दे दिओ जी अन्ने नूं। अन्ने नूं फड़ के तोर लईए सौखा तुर जांदा, उदां बेचारा ठेडे खांदा फिरदा। महाराज को आसरा बख्श दिओ जी। गुरु रामदास महाराज कहंदे हम अंधले को गुर अंचल दीजे, ਜਾਂ नानक चले मलंथा। फिर महाराज ये भी चल पऊगा, तुहाडे नाल तुर पऊगा। ये जे तुसीं किरपा नहीं करोगे, ये तो अन्ना ही है, ज्ञान तो भी हीणा है। उदां भी इहनूं कुछ नहीं पता संसार विच कि इहदे विच परमेश्वर है, किहड़ा देवता है, किहड़ा महाराज राक्षस है, सानूं तां पता नहीं है। अन्निਆਂ ਨੂੰ ਕੀ पता महाराज। तुसीं साडा हत्थ फड़ के, कबीर साहब कहंदे है, कबीर जम का ठेंगा बुरा है, वो नहीं सहया जाओ। एक जो साधु मोह मिलो तैन लिया अंचल लाए। अंचल हुंदा आसरा। मैनू एक साधु मिल गया, कहंदे उन्हें आसरा देता, जम दे डंडे तो बचिया नहीं जा सकता। तां गुरु रामदास महाराज ने अपने सरीके भाईचारे नूं, मत भलेखा किसी नूं रह जावे, महापुरुषां ने परिवारां नूं भी बख्शिया नहीं है। जे परिवारां नूं भी बख्शिया नहीं है, साडे नाल तां वरती है। बाबा गुरदित्ता जी 6वें पातशाह गुरु हरगोबिंद साहब के बड़े सपुत्र सन। एक कोई गलती, वो भी गलती नहीं सी, उन्होंने गऊ जींदी करती। कहते मत्थे ना लगे साडे। अपने सके पुत्र नूं, गुरु बाबा गुरदित्ता जी नूं, जिन्हां दा पंथ चलदा है अज, बाबा श्री चंद जी महाराज दा, बाबा गुरदित्ते नूं कह दिता साडे मत्थे ना लगे। राम राय जी गुरु हर राय साहब दे महाराज दे बड़े सपुत्र सन, कह दिता साडे मत्थे ना लगे। कहंदे महाराज कित्थे नूं जाइए? कहंदे जिधर नूं मूँह है उधर नूं चलिया जावे। वो लाहौर वालों चले गया सी। बाबा अटल राए उन्होंने मोहन नूं जींदा कर दिता सी। 6वें पातशाह कहंदे चल भाई बिस्तरा बन, ते उत्थे रह नहीं सकता। एक म्यान में 2 तलवारां रहणियां नहीं। परिवारां नूं नहीं बख्शिया। इत्थे रिश्तेदारी का कोई मतलब नहीं है। इत्थे तां जिहड़े गुरु प्यार विच आउंदे, 6वें पातशाह जी महाराज झवाल दे इलाके विच बीबी बीरो दा ब्याह सी। 10वें पातशाह जी महाराज दी भूआ दा ब्याह सी। 6वें पातशाह गुरु हरगोबिंद साहब महाराज कहण लगे माता जी नूं, ਇਹ सिख आए मठियाई इन्हों खिलाओ। ਇਹ ਜਿਹੜੇ ਸਾਡੇ सिख है हलवाई मठियाई बनाते, इन्हों छकाओ। वो बीबियां का सुभाव हुंदा। माता जी कहण लगे पहला बरात छकूगी फिर छकावांगे। साहब कहण लगे जे मेरे सिख नहीं खाओगे तो फिर तुरक मठियाई खाणगे। श्राप देता। उदों तुरकों की फौज चढ़ के आई, सारी मठियाई तुरकों ने खाधी। बीबी का बीरो का ब्याह उधरे आके किया 6वें पातशाह जी महाराज ने। अपने परिवारां नूं बख्शिया नहीं। इत्थे परिवारवाद जां कोई होर लिहाज नहीं है। जिहड़ा सेवा करदा है गुरु नानक दे घर विच, शरधा ना प्रेम ना सेवा करे, अंदरे बैठा वो देखी जाता इहदी शरधा किन्नी क है। अंदरे बैठा, अंदरे इहनूं देखदा चोर है कि साध है, अंदरे बैठा, उन्हें किहड़ा दूर देखण जाना। इहनूं शरधा प्यार नाल सेवा कर लवे, उहदी पूजा संसार करदा है। उहदा सारा संसार भी, गुरु भी उहदा सत्कार करदा है। सो सारिआं दा धन्नवाद जी। सतगुरु जी कृपा करना। साडे स्टेट सैकटरी साहब, उहदा ऑपरेशन होया, उन्हां दी सेहत चंगी ना सी, इस करके मैं थोड़ा जिहा समा अपने रागी सिंह है वो थोड़े समय वास्ते 2 शब्द पढ़ लैणगे। उहदे तो बाद बाबा अपने लुधियाणे तो गुरमेल सिंह जी आए हुए है, उहदे तो बाद वो समा ला देणगे। दास दा समा समाप्त है जी। रसना पवित्र करो जी। वाहिगुरू जी का खालसा, वाहिगुरू जी।